ਜੀ ਡਾਕਟਰ ਹਰੀਸ਼ ਮੋਤਰਾ ਅੱਜ ਫਿਰ ਤੁਹਾਡੇ ਲਈ ਤੁਹਾਡਾ ਹਫ਼ਤਾਵਾਰੀ ਪ੍ਰੋਗਰਾਮ ਸੋਚ ਦਾ ਸਫ਼ਰ ਲੈ ਕੇ ਹਾਜ਼ਰ ਹਾਂ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਮੈਂ ਕੁਛ ਇਹੋ ਜਿਹਾ ਮਸਲੇ, ਕੁਛ ਇਹੋ ਜਿਹਾ ਟੌਪਿਕਸ ਲੈ ਕੇ ਆਉਣਾ ਜਿਨ੍ਹਾਂ ਬਾਰੇ ਸ਼ਾਇਦ ਕਿਸੇ ਹੋਰ ਟੈਲੀਵਿਜ਼ਨ 'ਤੇ ਜਾਂ ਕਿਸੇ ਹੋਰ ਰੇਡੀਓ 'ਤੇ ਗੱਲ ਨਾ ਹੁੰਦੀ ਹੋਵੇ। ਅਤੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਹੜੇ ਮੇਰੇ ਵੀਰ ਅਤੇ ਮੇਰੀਆਂ ਭੈਣਾਂ ਮੇਰੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਦੇ ਆ, ਆਪਣਾ ਕੀਮਤੀ ਸਮਾਂ ਕੱਢਦੇ ਆ ਅਤੇ ਆਪਣੇ ਕੀਮਤੀ ਵਿਚਾਰ ਜਿਹੜੇ ਹੈਗੇ ਸਾਡੇ ਸਾਰਿਆਂ ਨਾਲ ਸਾਂਝੇ ਕਰਦੇ ਆ। ਅਤੇ ਮੈਨੂੰ ਇਸ ਚੀਜ਼ ਦੀ ਵੀ ਉਮੀਦ ਹੈ ਕਿ ਤੁਹਾਡਾ ਪਿਛਲਾ ਹਫ਼ਤਾ ਖੁਸ਼ਗਵਾਰ ਗੁਜ਼ਰਿਆ ਹੋਊਗਾ ਅਤੇ ਆਉਣ ਵਾਲਾ ਸਮਾਂ ਵੀ ਖੁਸ਼ੀਆਂ ਦੇ ਖੇੜਿਆਂ ਨਾਲ ਭਰਿਆ ਹੋਵੇਗਾ। ਅਤੇ ਮੈਂ ਤੁਹਾਨੂੰ ਗੁਜ਼ਾਰਿਸ਼ ਕਰਦਾ ਕਿ ਜਿਹੜਾ ਅੱਜ ਤੁਹਾਡੇ ਨਾਲ ਮੈਂ ਸਬਜੈਕਟ ਇਸ਼ੂ ਜਿਸ ਵਿਸ਼ੇ ਬਾਰੇ ਮੈਂ ਗੱਲ ਕਰਨੀ ਹੈਗੀ ਉਹ ਤੁਹਾਡੇ ਨਾਲ, ਮੇਰੇ ਨਾਲ ਅਤੇ ਦੁਨੀਆ ਦਾ ਮੇਰੇ ਖਿਆਲ ਕੋਈ ਵੀ ਇਹੋ ਜਿਹਾ ਇਨਸਾਨ ਨਹੀਂ ਹੈ ਜਿਹਦੇ ਨਾਲ ਸੰਬੰਧਿਤ ਨਹੀਂ ਹੈ। ਅਤੇ ਸ਼ਾਇਦ ਇਸ ਮਸਲੇ ਬਾਰੇ ਕਦੀ ਕਿਸੇ ਨੇ ਖੁੱਲ੍ਹ ਕੇ ਗੱਲ ਵੀ ਨਾ ਕੀਤੀ ਹੋਵੇ, ਪਰ ਅੱਜ ਆਪਾਂ ਤੁਹਾਡੇ ਟੈਲੀਫੋਨ ਕਾਲਸ ਰਾਹੀਂ ਖੁੱਲ੍ਹ ਕੇ ਆਪਾਂ ਇਸ ਮਸਲੇ 'ਤੇ ਗੱਲ ਕਰਨੀ ਹੈ। ਟੈਲੀਫੋਨ ਕਾਲ ਜਿਹੜੀਆਂ ਸਾਡੀਆਂ ਹੁਣ ਤੋਂ ਹੀ ਖੁੱਲ੍ਹੀਆਂ ਹੈਗੀਆਂ ਲਾਈਨਸ, ਅਤੇ ਤੁਸੀਂ ਟੈਲੀਫੋਨ ਜੇ ਕਰਕੇ ਆਪਣੀ ਜਿਹੜੀ ਕਾਲ ਹੈਗੀ ਉਹਨੂੰ ਲਾਈਨ ਅਪ ਕਰ ਸਕੋ ਅਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹੋਊਂਗਾ ਤਾਂ ਕਿ ਤੁਹਾਨੂੰ ਮੈਂ ਵੱਧ ਤੋਂ ਵੱਧ ਸਮਾਂ ਦੇ ਸਕਾਂ। ਅਤੇ ਮੈਂ ਹੁਣ ਤੋਂ ਹੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਮੇਰੇ ਪ੍ਰੋਗਰਾਮ ਵਿੱਚ ਰੈਗੂਲਰਲੀ ਹਿੱਸਾ ਲੈਂਦੇ ਆ, ਭਾਗ ਲੈਂਦੇ ਆ, ਸ਼ਿਰਕਤ ਕਰਦੇ ਆ ਅਤੇ ਆਪਣਾ ਕੀਮਤੀ ਸਮਾਂ ਅਤੇ ਆਪਣੇ ਕੀਮਤੀ ਵਿਚਾਰ ਸਾਡੇ ਸਾਰਿਆਂ ਨਾਲ ਸਾਂਝੇ ਕਰਦੇ ਆ। ਅਤੇ ਟੈਲੀਫੋਨ ਕਾਲਸ ਦੇ ਲਈ ਨੰਬਰ ਜਿਹੜਾ ਹੈਗਾ ਸਾਡੇ ਸਕਰੀਨ ਦੇ ਥੱਲੇ ਵੀ ਆ ਰਿਹਾ ਅਤੇ ਮੈਂ ਤੁਹਾਨੂੰ ਦੱਸ ਵੀ ਦਿੰਦਾ ਹੈਗਾ 0300 770 2246। ਅਤੇ ਜੇ ਤੁਸੀਂ ਬਰਤਾਨੀਆ ਤੋਂ ਬਾਹਰ ਤੋਂ ਟੈਲੀਫੋਨ ਕਰ ਰਹੇ ਆ ਤਾਂ ਫਿਰ ਤੁਹਾਨੂੰ ਇੰਟਰਨੈਸ਼ਨਲ ਕੋਡ ਲਾਉਣ ਤੋਂ ਬਾਅਦ ਜਿਹੜਾ ਬਰਤਾਨੀਆ ਦਾ ਕੋਡ ਹੈ 44 ਅਤੇ ਉਸ ਤੋਂ ਬਾਅਦ 300 770 2246 ਨੰਬਰ ਘੁਮਾਉਣਾ ਪਊਗਾ। ਮੈਂ ਇਹ ਜਿਹੜਾ ਲੇਖ ਹੈਗਾ ਥੋੜ੍ਹੇ ਦਿਨ ਹੋਏ ਇਹਨੂੰ ਕੰਪਲੀਟ ਕੀਤਾ ਸੀ ਅਤੇ ਮੈਂ ਸਮਝਿਆ ਮੈਂ ਯਾਨੀ ਕਿ ਤੁਹਾਡੇ ਨਾਲ ਅੱਜ ਇਹ ਸਾਂਝਾ ਜ਼ਰੂਰ ਕਰਾਂ। ਤੁਹਾਡੇ ਦਿੱਤੇ ਵਿਚਾਰ ਜਿਹੜੇ ਹੈਗੇ ਮੈਂ ਉਹਨਾਂ ਨੂੰ ਬੜੇ ਧਿਆਨ ਨਾਲ ਸੁਣਦਾ, ਬੜੇ ਗੌਰ ਨਾਲ ਉਹਨਾਂ ਨੂੰ ਵਿਚਾਰਦਾ ਅਤੇ ਫਿਰ ਆਪਣੇ ਪ੍ਰੋਗਰਾਮ ਵਿੱਚ ਉਹਨਾਂ ਨੂੰ ਸ਼ਾਮਲ ਕਰਨ ਦੀ ਵੀ ਕੋਸ਼ਿਸ਼ ਕਰਦਾ। ਤੁਹਾਨੂੰ ਇਹ ਪ੍ਰੋਗਰਾਮ ਕਿਹੋ ਚੰਗੇ ਲੱਗਦੇ ਆ ਜਾਂ ਕਿੱਥੇ ਇਹਨੂੰ ਆਪਾਂ ਹੋਰ ਇੰਪਰੂਵ ਕਰ ਸਕਦੇ ਹੈਗੇ ਆ, ਉਹਦੇ ਬਾਰੇ ਤੁਹਾਡੇ ਸੁਜੈਸ਼ਨ ਜਿਹੜੇ ਹੈਗੇ ਆ ਮੈਨੂੰ ਉਹਨਾਂ ਦੀ ਸਦਾ ਜ਼ਰੂਰਤ ਰਹਿੰਦੀ ਆ। ਅਤੇ ਤੁਸੀਂ ਮੈਨੂੰ ਡਾਇਰੈਕਟ ਵੀ ਮੇਰਾ ਟੈਲੀਫੋਨ ਨੰਬਰ ਲੈ ਕੇ ਮੋਮੀ ਸਾਹਿਬ ਤੋਂ, ਸਾਡੇ ਟੈਕਨੀਸ਼ੀਅਨ ਤੋਂ, ਅਤੇ ਜਾਂ ਕਿਹੜਾ ਹੈਗਾ ਮੋਮੀ ਸਾਹਿਬ ਨੂੰ ਇੱਥੇ ਤੁਸੀਂ ਸਾਡੇ ਸਟੂਡੀਓ ਵਿੱਚ ਟੈਲੀਫੋਨ ਕਾਲ ਕਰਕੇ ਵੀ ਦੱਸ ਸਕਦੇ ਆ, ਅਤੇ ਜਾਂ YouTube 'ਤੇ ਵੀ ਆਪਣੇ ਕੌਮੈਂਟਸ ਜਿਹੜੇ ਹੈਗੇ ਤੁਸੀਂ ਪਾ ਸਕਦੇ ਆ। ਅਤੇ ਇਸ ਪ੍ਰੋਗਰਾਮ ਨੂੰ ਇਸ ਯਾਨੀ ਕਿ ਟੈਲੀਵਿਜ਼ਨ ਨੂੰ ਚੱਲਦੇ ਰੱਖਣ ਦੇ ਲਈ ਤੁਹਾਡੀ ਮਾਇਕ ਸਹਾਇਤਾ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਅਤੇ ਤੁਸੀਂ ਪਿੱਛੇ ਵੀ ਸਾਡੀ ਮਦਦ ਕਰਦੇ ਰਹੇ ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਨੂੰ ਨਿਰਾਸ਼ ਨਹੀਂ ਕਰੋਗੇ ਅਤੇ ਹੁਣ ਵੀ ਸਾਡੀ ਮਦਦ ਕਰੋਗੇ ਤਾਂ ਕਿ ਤੁਹਾਡੀ ਆਵਾਜ਼ ਅਤੇ ਮੇਰੀ ਆਵਾਜ਼ ਇਸੇ ਤਰ੍ਹਾਂ ਹੀ ਜਿਹੜੀ ਹੈ ਉਹ ਬਣੀ ਰਹੇ। ਅਤੇ ਉਹਦੇ ਲਈ ਵੀ ਤੁਸੀਂ ਜਿਹੜਾ ਸਾਡੇ ਟੈਕਨੀਸ਼ੀਅਨ ਸਾਹਿਬ ਨਾਲ ਗੱਲ ਕਰ ਸਕਦੇ ਆ, ਜਿਹੜਾ ਸਾਡਾ ਸਟੂਡੀਓ ਨੰਬਰ ਹੈਗਾ। ਅਤੇ ਤੁਸੀਂ ਜਿਹੜਾ ਹੈ ਕੋਈ ਵੀ ਆਪਣੇ ਘਰ ਦੀ ਖੁਸ਼ੀ, ਜੇ ਘਰ ਵਿੱਚ ਕੋਈ ਜਿਹੜਾ ਹੈਗਾ ਤੁਸੀਂ ਵਿਆਹ ਦੀ ਰਸਮ ਕੋਈ ਕਰ ਰਹੇ ਹੈਗੇ ਆ ਜਾਂ ਕੋਈ ਹੋਰ ਕੋਈ ਖੁਸ਼ੀ ਦੀ ਰਸਮ ਕਰ ਰਹੇ ਹੈਗੇ ਆ, ਕਿਸੇ ਦਾ ਜਨਮ ਦਿਨ ਮਨਾ ਰਹੇ ਹੈਗੇ ਆ, ਤਾਂ ਉਹ ਵੀ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਆ ਅਤੇ ਸਪੋਂਸਰ ਵੀ ਕਰ ਸਕਦੇ ਹੈਗੇ ਆ। ਅਤੇ ਉਹਦੇ ਨਾਲ ਜਿਹੜਾ ਹੈਗਾ ਤੁਹਾਡੀ ਖੁਸ਼ੀ ਵੀ ਸਾਰਿਆਂ ਨਾਲ ਹੀ ਸਾਡੇ ਸਾਰਿਆਂ ਨਾਲ ਸਾਂਝੀ ਹੋਊਗੀ। ਇੰਨੇ ਹਜ਼ਾਰਾਂ ਦੀ ਤਾਦਾਦ ਵਿੱਚ, ਲੱਖਾਂ ਦੀ ਤਾਦਾਦ ਵਿੱਚ ਦਰਸ਼ਕ ਦੇਖਦੇ ਆ ਅਤੇ ਤੁਹਾਡੀ ਜਿਹੜੀ ਖੁਸ਼ੀ ਹੈਗੀ ਦੁੱਗਣੀ ਤਿੱਗਣੀ ਚੌਗੁਣੀ ਯਾਨੀ ਕਿ ਉਹ ਵੱਧ ਜਾਂਦੀ ਹੈ। ਮੈਂ ਇਹ ਲੇਖ ਸ਼ੁਰੂ ਕਰਦਾ। ਇਸ ਲੇਖ ਦਾ ਜਿਹੜਾ ਨਾਂ ਹੈਗਾ ਉਹ ਮੈਂ ਰੱਖਿਆ ਹੈਗਾ ਦਾਹ ਸੰਸਕਾਰ ਅਤੇ ਲੁੱਟ। ਧਰਮ ਦੇ ਨਾਂ ਉੱਪਰ ਧਰਮ ਏਜੰਟਾਂ ਦੀ ਸਾਡੇ ਜੀਵਨ ਵਿੱਚ ਜਨਮ ਤੋਂ ਲੈ ਕੇ ਮਰਨ ਉਪਰੰਤ ਵੀ ਜਕੜ ਹੈ। ਉਹਨਾਂ ਇਹ ਤੰਦੂਆ ਜਾਲ ਇਸ ਤਰ੍ਹਾਂ ਫੈਲਾਇਆ ਹੋਇਆ ਹੈ ਅਤੇ ਸਾਡੇ ਦਿਮਾਗੀ ਪੁਰਜਿਆਂ ਨੂੰ ਇਸ ਤਰ੍ਹਾਂ ਓਤ-ਪੋਤ ਕੀਤਾ ਗਿਆ ਹੈ ਕਿ ਅਸੀਂ ਚੁੱਪ ਚਪੀਤੇ ਉਹਨਾਂ ਦੀ ਆਗਿਆ ਮੰਨ ਕੇ ਆਪਣੀ ਹੱਡ ਭੰਨਵੀਂ ਕਮਾਈ ਉਹਨਾਂ ਦੇ ਹਵਾਲੇ ਕਰਦੇ ਰਹਿੰਦੇ ਹਾਂ। ਮਨਘੜਤ ਕਹਾਣੀਆਂ ਜਿਵੇਂ ਗਤੀ, ਮੋਕਸ਼, ਆਤਮਾ ਦਾ ਭਟਕਣਾ, ਭੂਤ ਪ੍ਰੇਤ ਆਦਿ ਇਹੋ ਜਿਹੇ ਖੋਖਲੇ ਸ਼ਬਦ ਹਨ ਜਿਨ੍ਹਾਂ ਦੀ ਚੀਰ ਫੜ ਕਰਨ ਤੋਂ ਬਾਅਦ ਸੱਚਾਈ ਸਿਰਫ ਝੂਠ ਹੀ ਨਿਕਲਦੀ ਹੈ। ਇਹਨਾਂ ਝੂਠੀਆਂ ਕਥਾਵਾਂ ਦੇ ਨਾਲ ਸਵਰਗ ਨਰਕ, ਅਗਲੇ ਪਿਛਲੇ ਜਨਮਾਂ ਦੇ ਕਰਮਾਂ ਦਾ ਫਲ, ਕਿਸਮਤ ਆਦਿ ਵੀ ਤੱਕੜੀ ਦੇ ਪਾਂਸਕੂ ਵਾਂਗ ਚਿੰਬੜਿਆ ਰਹਿੰਦਾ ਹੈ। ਇਹ ਧਾਰਮਿਕ ਏਜੰਟ ਜਾਂ ਧਾਰਮਿਕ ਦਲਾਲ ਧਾਰਮਿਕ ਕਿਤਾਬਾਂ ਵਿੱਚ ਲਿਖੀਆਂ ਨਿਰਾ ਝੂਠ ਕਹਾਣੀਆਂ ਨੂੰ ਇੱਕ ਪ੍ਰਮਾਣ ਵਜੋਂ ਵਰਤਦੇ ਹਨ, ਜਦੋਂ ਕਿ ਇਹਨਾਂ ਆਪ ਹੀ ਘੜੇ ਕਿੱਸਿਆਂ ਵਿੱਚ ਇੱਕ ਵੀ ਇਹੋ ਜਿਹਾ ਸਬੂਤ ਨਹੀਂ ਹੈ ਜੋ ਤਰਕ ਅਤੇ ਵਿਗਿਆਨ ਦੇ ਆਧਾਰ 'ਤੇ ਸਾਬਤ ਕੀਤਾ ਜਾ ਸਕੇ।
खोखले कर्मकांडां ਅਤੇ ਉਪਾਵਾਂ ਦੀਆਂ ਵਿਧੀਆਂ ਨਾਲ ਇਹ ਲੁੱਟਦੇ ਹਨ। ਮਰਨ ਵਾਲਾ ਤਾਂ ਇਸ ਜਹਾਨ ਤੋਂ ਚਲੇ ਜਾਂਦਾ ਹੈ, ਪਰ ਉਹਦੇ ਪਿਆਰਿਆਂ ਨੂੰ ਇਹ ਲੁਟਾਈ ਦਾ ਸੰਤਾਪ ਭੋਗਣਾ ਪੈਂਦਾ ਹੈ। ਇਹ ਕੰਮ ਜ਼ੋਰਾਂ ਸ਼ੋਰਾਂ ਨਾਲ ਹਰ ਧਰਮ ਵਿੱਚ ਹੀ ਪ੍ਰਚਲਿਤ ਹੈ। ਪੈਸਿਆਂ ਦੀ ਬਾਧ ਘਾਟ ਉਪਾਵਾਂ ਵਿੱਚ ਵੀ ਹੈ ਅਤੇ ਕਰਮਕਾਂਡਾਂ ਅਰਦਾਸਾਂ ਵਿੱਚ ਵੀ। ਇੱਥੋਂ ਤੱਕ ਕਿ ਅਸਥਾਨ ਨੂੰ ਲਿਜਾਣ ਵੇਲੇ ਵੀ ਕਈ ਤਰ੍ਹਾਂ ਦੇ ਬੇਬੁਨਿਆਦ ਕਰਮਕਾਂਡ ਜੋੜੇ ਜਾਂਦੇ ਹਨ ਕਿ ਆਪਣੇ ਵਿਛੜ ਚੁੱਕੇ ਦੀ ਹਵਾਈ ਜਹਾਜ਼, ਰੇਲ ਗੱਡੀ ਜਾਂ ਬੱਸ ਦੀ ਵੀ ਜੁਦੀ ਟਿਕਟ ਲਈ ਜਾਵੇ। ਆਮ ਲੋਕਾਂ ਵਿੱਚ ਇਹੋ ਜਿਹਾ ਡਰ ਪਾਇਆ ਜਾਂਦਾ ਹੈ ਕਿ ਇਹਨਾਂ ਧਾਰਮਿਕ ਦਲਾਲਾਂ ਦਾ ਕਾਰੋਬਾਰ ਚੱਲਦਾ ਰਹਿੰਦਾ ਹੈ ਅਤੇ ਕਦੇ ਵੀ ਘਾਟਾ ਨਹੀਂ ਖਾਂਦਾ। ਏਸ਼ੀਅਨ ਲੋਕਾਂ ਦੇ ਸੰਦਰਭ ਵਿੱਚ ਬਹੁਤ ਹੀ ਘੱਟ ਲੋਕ ਹਨ ਜੋ ਇਹਨਾਂ ਦੀ ਇਸ ਸਾਰੀ ਚੋਰ ਬਜ਼ਾਰੀ ਉੱਤੇ ਕਿੰਤੂ ਪਰੰਤੂ ਕਰਦੇ ਹਨ, ਅਤੇ ਅਗਰ ਕੋਈ ਹਿੰਮਤ ਕਰਕੇ ਇਹਨਾਂ ਸਾਰੇ ਕਰਮਕਾਂਡਾਂ ਦੇ ਪੈਸੇ ਦੀ ਲੁੱਟ ਬਾਰੇ ਗੱਲ ਕਰਦਾ ਹੈ ਤਾਂ ਉਹਦੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਉਹਦੇ ਖਿਲਾਫ ਉੱਠ ਖੜ੍ਹੇ ਹੁੰਦੇ ਹਨ। ਇਹਨਾਂ ਧਾਰਮਿਕ ਦਲਾਲਾਂ ਨੂੰ ਕਿਸੇ ਦੀ ਗਰੀਬੀ ਨਾਲ ਵੀ ਕੋਈ ਵਾਸਤਾ ਨਹੀਂ ਹੁੰਦਾ। ਇਹਨਾਂ ਗੱਲਾਂ ਨਾਲ ਸੰਬੰਧਿਤ ਜਨਵਰੀ-ਫਰਵਰੀ 2015 ਦੇ ਵਿਗਿਆਨ ਜੋਤ ਮੈਗਜ਼ੀਨ ਵਿੱਚ ਰੰਜਨਾ ਪੰਡਿਆਰ ਦਾ ਲੇਖ ਅੰਤਮ ਕਿਰਿਆਕਰਮ ਕਮਾਈ ਦਾ ਧੰਦਾ, ਜੋ ਪਵਨ ਕੁਮਾਰ ਰਤੋ ਨੇ ਅਨੁਵਾਦ ਕੀਤਾ ਹੈ, ਛਪਿਆ ਹੈ। ਇੱਕ ਗਰੀਬ ਆਪਣੀ ਪੁੱਤਰੀ ਦੇ ਦਾਹ ਸੰਸਕਾਰ ਲਈ ਪੰਡਿਤ ਦੇ ਸਾਹਮਣੇ ਹੱਥ ਜੋੜ ਕੇ ਮਿੰਨਤਾਂ ਕਰ ਰਿਹਾ ਸੀ, ਪੰਡਿਤ ਜੀ ਮੇਰੀ ਪੁੱਤਰੀ ਦਾ ਦਾਹ ਸੰਸਕਾਰ ਕਰ ਦਿਓ। ਇਸ ਉੱਤੇ ਪੰਡਿਤ ਬੋਲਿਆ, ਹਾਂ ਹੋ ਜਾਏਗਾ, ਪਹਿਲਾਂ ਜਾ ਕੇ ਸਾਰੇ ਜ਼ਰੂਰੀ ਦਾਹ ਸੰਸਕਾਰ ਦੀ ਸਮੱਗਰੀ ਦੇ ਨਾਲ ਮੇਰੀ ਦਸ਼ਨਾ ਦਾ ਵੀ ਪ੍ਰਬੰਧ ਕਰੋ। ਪੰਡਿਤ ਜੀ ਦਾ ਦੋ ਟੁਕ ਉੱਤਰ ਸੁਣ ਕੇ ਉਹ ਗਰੀਬ ਫਿਰ ਬੋਲਿਆ, ਪੰਡਿਤ ਜੀ ਮੈਂ ਬਹੁਤ ਗਰੀਬ ਹਾਂ, ਮੇਰੇ ਕੋਲ ਇੰਨਾ ਪੈਸਾ ਨਹੀਂ ਹੈ ਕਿ ਮੈਂ ਇਹ ਸਭ ਇੰਤਜ਼ਾਮ ਕਰ ਸਕਾਂ। ਤੁਸੀਂ ਹੀ ਕੁਝ ਕਿਰਪਾ ਕਰੋ ਤਾਂ ਕਿ ਮੇਰੀ ਪੁੱਤਰੀ ਨੂੰ ਮਰਨ ਦੇ ਬਾਅਦ ਤਾਂ ਘੱਟੋ ਘੱਟ ਸ਼ਾਂਤੀ ਮਿਲ ਜਾਵੇ। ਇਸ ਉੱਤੇ ਬੇਇੱਜ਼ਤੀ ਕਰਦੇ ਹੋਏ ਪੰਡਿਤ ਜੀ ਬੋਲੇ, ਮੈਂ ਤੈਨੂੰ ਖੈਰਾਤ, ਮੁਫਤ ਦੀ ਚੀਜ਼ ਜਾਂ ਦਾਨ ਵੰਡਣ ਵਾਲਾ ਲੱਗਦਾ ਹਾਂ, ਚੱਲ ਨਿਕਲ ਇੱਥੋਂ, ਵਕਤ ਖਰਾਬ ਨਾ ਕਰ। ਜਦ ਇਸ ਉੱਤੇ ਵੀ ਉਹ ਗਰੀਬ ਨੇ ਮੰਨਿਆ ਤਾਂ ਉਹ ਪੰਡਿਤ ਆਸ-ਪਾਸ ਦੇ ਪੰਡਤਾਂ ਨੂੰ ਬੁਲਾਉਂਦੇ ਹੋਏ ਬੋਲਿਆ, ਦੇਖੋ ਭਾਈ ਦੇਖੋ, ਇਹ ਰਾਜਾ ਸਾਹਿਬ ਆਪਣੀ ਪੁੱਤਰੀ ਦਾ ਦਾਹ ਸੰਸਕਾਰ ਕਰਾਉਣਾ ਚਾਹੁੰਦਾ ਹੈ ਅਤੇ ਜੇਬ ਵਿੱਚ ਫੁੱਟੀ ਕੌਡੀ ਵੀ ਨਹੀਂ ਹੈ, ਜਾਂ ਇਸ ਲਾਸ਼ ਨੂੰ ਕਿਸੇ ਨਾਲੇ ਵਿੱਚ ਸੁੱਟ ਦੇ। ਇੱਕ ਸ਼ਮਸ਼ਾਨ ਘਾਟ ਉੱਤੇ ਇਹ ਸਭ ਦੇਖ ਕੇ ਮਨ ਦਇਆ ਨਾਲ ਭਰ ਆਇਆ ਅਤੇ ਬਹੁਤ ਦੂਰ ਤੱਕ ਉਸ ਗਰੀਬ ਦੇ ਦੁੱਖਾਂ ਭਰੇ ਸ਼ਬਦ ਕੰਨਾਂ ਵਿੱਚ ਗੂੰਜਦੇ ਰਹੇ। ਇਨਸਾਨਾਂ ਦੀ ਮੌਤ ਵੀ ਕੁਝ ਕਈ ਲੋਕਾਂ ਦੇ ਲਈ ਕਮਾਈ ਦਾ ਜ਼ਰੀਆ ਹੈ। ਜੀ ਹਾਂ, ਮੈਂ ਇਹਨਾਂ ਪੰਡਤਾਂ ਦੀ ਹੀ ਗੱਲ ਕਰ ਰਹੀ ਹਾਂ ਜਿਹੜੇ ਧਰਮ ਦੀ ਓਟ ਵਿੱਚ ਮੋਕਸ਼ ਅਤੇ ਮੁਕਤੀ ਦਾ ਨਾਂ ਲੈ ਕੇ ਲੋਕਾਂ ਤੋਂ ਪੈਸੇ ਠੱਗਦੇ ਰਹਿੰਦੇ ਹਨ। ਸਭ ਧਰਮਾਂ ਵਿੱਚ ਜਨਮ ਤੋਂ ਲੈ ਕੇ ਮਰਨ ਤੱਕ ਧਰਮਾਂ ਦੇ ਮੋਹਰੀਆਂ ਦੀ ਦਖਲਅੰਦਾਜ਼ੀ ਹੈ। ਬੱਚਾ ਪੈਦਾ ਹੋਣ 'ਤੇ ਪੂਜਾ ਪਾਠ, ਨਾਮਕਰਨ, ਫਿਰ ਮੁੰਡਨ ਵਿੱਚ ਪੰਡਤ ਨੂੰ ਬੁਲਾਉਣਾ ਪੈਂਦਾ ਹੈ, ਕਿਉਂਕਿ ਬਗੈਰ ਪੂਜਾ ਪਾਠ ਦੇ ਸ਼ਾਸਤਰਾਂ ਦੇ ਅਨੁਸਾਰ ਸ਼ੁੱਧੀ ਨਹੀਂ ਹੁੰਦੀ। ਜੀਵਨ ਦੇ ਵੱਖ ਮੋੜਾਂ ਉੱਤੇ ਜਗ, ਹਵਨ, ਅਖੰਡ ਪਾਠ, ਸਹਿਜ ਪਾਠ, ਵਿਆਹ ਅਤੇ ਕਥਾ ਵਰਤ ਵੀ ਇਹਨਾਂ ਧਾਰਮਿਕ ਪੰਡਤਾਂ, ਭਾਈਆਂ ਅਤੇ ਮੌਲਾਣਿਆਂ, ਪਾਦਰੀਆਂ ਦੁਆਰਾ ਕਰਾਉਣ ਉੱਤੇ ਹੀ ਪੂਰਨ ਮੰਨਿਆ ਜਾਂਦਾ ਹੈ। ਅਤੇ ਅੰਤ ਵਿੱਚ ਮੌਤ ਦੇ ਬਾਅਦ ਅੰਤਮ ਕਿਰਿਆਕਰਮ ਕਰਾਉਣ ਦੇ ਲਈ ਵੀ ਇਹਨਾਂ ਦੀ ਹੀ ਲੋੜ ਪੈਂਦੀ ਹੈ। ਆਖਿਰਕਾਰ ਬਿਨਾਂ ਇਹਨਾਂ ਦੁਆਰਾ ਪਿੰਡ ਦਾਨ ਕਰਾਏ ਅੰਤਮ ਯਾਤਰਾ ਪੂਰੀ ਕਿਵੇਂ ਹੋਵੇਗੀ? ਸਵਰਗ ਦੇ ਰਸਤੇ ਵਿੱਚ ਕੀ ਆਤਮਾ ਨੂੰ ਭੁੱਖੇ ਪਿਆਸੇ ਹੀ ਜਾਣਾ ਹੋਵੇਗਾ? ਇਸੇ ਲਈ ਤਾਂ ਦਾਹ ਸੰਸਕਾਰ ਲਈ ਸਮੱਗਰੀ ਦੀ ਇੱਕ ਲਿਸਟ ਪਕੜਾ ਦਿੱਤੀ ਜਾਂਦੀ ਹੈ, ਜੋ ਇਸ ਪ੍ਰਕਾਰ ਹੁੰਦੀ ਹੈ: ਘਿਓ, ਹਵਨ ਸਮੱਗਰੀ, ਚੰਦਨ ਦੀ ਲੱਕੜੀ, ਕਫੂਰ, ਧੂਫ ਬੱਤੀ, ਮਾਚਿਸ, ਘੜਾ, ਗੁਲਾਬ ਜਲ, 7 ਮੀਟਰ ਕੱਪੜਾ, ਆਦਮੀ ਦੇ ਲਈ ਸਫੈਦ, ਇਸਤਰੀ ਦੇ ਲਈ ਲਾਲ, ਇੱਕ ਸ਼ੌਲ, ਜੌਂ ਦਾ ਆਟਾ, ਫੱਟਾ ਜਾਂ ਅਰਥੀ, ਗੰਗਾ ਜਲ, ਸ਼ਹਿਦ ਆਦਿ। ਇਸ ਦੇ ਨਾਲ ਇਹਨਾਂ ਧਾਰਮਿਕ ਏਜੰਟਾਂ ਨੂੰ ਦਛਨਾ ਵੀ ਦੇਣੀ ਪੈਂਦੀ ਹੈ। ਦਾਹ ਸੰਸਕਾਰ ਦੇ ਬਾਅਦ ਅਸਥੀਆਂ, ਜਲ ਪ੍ਰਵਾਹ ਅਤੇ ਅੰਤਮ ਕਰਮਕਾਂਡ ਵਿੱਚ ਕਈ ਤਰ੍ਹਾਂ ਦੇ ਦਾਨ ਦਾ ਵੀ ਪ੍ਰਬੰਧ ਹੈ। ਇਹ ਸਾਰੇ ਤੋਂ ਕੁੱਲ ਖਰਚੇ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਹਰਿਦੁਆਰ, ਇਲਾਹਾਬਾਦ, ਬਨਾਰਸ ਵਰਗੇ ਧਾਰਮਿਕ ਸਥਾਨਾਂ ਉੱਤੇ ਅਸਥੀਆਂ ਜਲ ਪ੍ਰਵਾਹ ਕਰਨ ਦੇ ਲਈ ਵੀ ਉੱਥੋਂ ਦੇ ਪੰਡਿਆਂ ਨੂੰ ਦਾਨ ਦੇਣਾ ਪੈਂਦਾ ਹੈ। ਦਿੱਲੀ ਦੇ ਰਾਜੀਵ ਨੇ ਸਾਨੂੰ ਦੱਸਿਆ ਕਿ ਆਪਣੇ ਪਿਤਾ ਜੀ ਦੀਆਂ ਅਸਥੀਆਂ ਜਲ ਪ੍ਰਵਾਹ ਕਰਦੇ ਸਮੇਂ ਮੈਂ ਦੇਖਿਆ ਕਿ ਉੱਥੇ ਦੇ ਪੰਡੇ ਸਾਹਮਣੇ ਵਾਲੇ ਦੀ ਸ਼ਕਲ ਦੇਖ ਕੇ ਪੈਸੇ ਮੰਗਦੇ ਹਨ। ਗਰੀਬ ਤੋਂ ਗਰੀਬ ਬੰਦੇ ਤੋਂ ਵੀ ਘੱਟ ਤੋਂ ਘੱਟ 500 ਰੁਪਏ ਮੰਗਦੇ ਹਨ। ਚੰਗੇ ਕੱਪੜੇ ਪਾਏ ਹੋਏ ਲੋਕਾਂ ਤੋਂ ਤਾਂ ਗੱਲ ਹਜ਼ਾਰਾਂ ਵਿੱਚ ਜਾ ਕੇ ਤੈਅ ਹੁੰਦੀ ਹੈ, ਕਿਉਂਕਿ ਅਸਥੀਆਂ ਜਲ ਪ੍ਰਵਾਹ ਦੇ ਲਈ ਗਏ ਲੋਕ ਆਪਣੇ ਪਰਿਵਾਰ ਮੈਂਬਰ ਦੇ ਗਮ ਵਿੱਚ ਸ਼ੋਕਗ੍ਰਸਤ ਹੁੰਦੇ ਹਨ। ਇਸ ਲਈ ਇਸ ਹਾਲਤ ਵਿੱਚ ਨਹੀਂ ਹੁੰਦੇ ਕਿ ਪੰਡਤਾਂ ਨਾਲ ਜ਼ਿਆਦਾ ਹੁਜਤ ਕਰ ਸਕਣ। ਜੋ ਜਿੰਨਾ ਮੰਗਦਾ ਹੈ ਓਨਾ ਹੀ ਦੇ ਦਿੰਦੇ ਹਨ। ਮੌਤ ਦੇ ਸਮੇਂ ਜਾਂ ਬਾਅਦ ਵਿੱਚ ਜੋ ਦਾਨ ਕੀਤੇ ਜਾਂਦੇ ਹਨ, ਉਹਨਾਂ ਵਿੱਚ ਗਊ ਦਾਨ ਅਤੇ ਪਿੰਡ ਦਾਨ ਪ੍ਰਮੁੱਖ ਹਨ। ਗਊ ਦਾਨ ਪੰਡਤਾਂ ਦੇ ਲਈ ਪੈਸਾ ਕਮਾਉਣ ਦਾ ਇੱਕ ਹੋਰ ਬਹਾਨਾ ਹੈ। ਸ਼ਾਸਤਰਾਂ ਦੇ ਅਨੁਸਾਰ ਅਤੇ ਪੰਡਤਾਂ ਮੁਤਾਬਕ ਧਰਤੀ ਅਤੇ ਯਮਲੋਕ ਵਿੱਚ ਇੱਕ ਪੁਰਾਣਿਕ ਨਦੀ ਹੈ,
जिस नूं वेतरनी कहते हैं। इस नदी में खून, अस्थियां, वाल आदि भरे हैं और इसका पानी गर्म है। गऊदान में की गई गां के पूछ पकड़ के मृतक बंदे की आत्मा नदी में पार करती है। पंडित तो यह भी दसते हैं कि जिन्होंने गऊदान नहीं किया वो इस नदी में पार नहीं कर सकते हैं। सवाल उठता है कि पंडितों जां जिन्हें भी ये शास्त्र लिखे सन उन्होंने कदे वो नदी देखी सी जां इहदा कोई पुख्ता सबूत है। नाले ये कहते हैं कि आत्मा अमर है, ना उहदे उत्ते अग दा असर हुंदा है अते ना ही गर्मी का। फिर इस आत्मा नूं ये नदी दान दी गई गां की पूछ पकड़न की लोड़ है। नाले ये गां तो इत्थे धरती पर ही रहिंदी है, ये गां इस नदी नूं किवें पार कर जाती है। सवाल ये भी उठता है कि 8.3 बिलियन लोगों विचों सिर्फ भारतीय ते वो भी खास करके हिंदुओं दी आत्मावां नूं ही ये सारा खलजगन क्यों करना पैंदा है। बाकी दुनिया दीयां आत्मावां अते जो इस पखंडवाद विच नहीं फसदे उन्हां आत्मावां दा की बनदा है, वो कित्थे हन। ये सब कुछ झूठ नहीं तो होर की है। दाह संस्कार का काम करने वाले एक पंडित का कहना है कि अज शहरों में ना तो कोई गऊदान दिंदा है और ना ही कोई पंडित इसनूं लैण का इच्छुक है। ये पुछण ते कि फिर मोक्ष का की होवेगा। उस पंडित का कहना सी कि इसका बदल जां परंपरा है, जां चांदी की गऊदान करना जां उसकी कीमत के बराबर पैसे दान कर देना है। इत्थे सोचण वाली गल है ये भी है कि आखिर किवें चांदी की गां जां पैसा एक जिउंदी जागदी गां की पूरक है। ये निरा पखंड नहीं तो होर की है। पुराने काल में ब्राह्मणों ने समाज की भलाई के लिए हिंदू शास्त्रों की रचना की सी। अज समाजिक हालत बहुत बदल चुकियां हैं, पर पंडितां ने पैसा कमाने के लिए शास्त्रों में लिखियां अपने मतलब दी गल्लां नूं तोड़ मरोड़ के इस तरह लोगों के सामने पेश करते हैं कि चंगा समझदार इंसान भी दुचित्ती में पै जाता है और वो उही करता जो पंडित कहते हैं। ये धंधा सिर्फ हिंदू धर्म में ही नहीं चलता, सगों बाकी धर्मों का भी इहो हाल है। प्रदूषण के बढ़ते खतरे को देखते हुए सरकार ने जब बिजली शब्दाह गृह शुरू किए तो सब तो वध परेशानी इन्हां धार्मिक एजेंटां नूं हुई, क्योंकि इन्हां दी गाहकी घटनी शुरू हो गई। बिजली शब्दाह गृह में मुक्ति की गल करने ते हुण इन्हां धार्मिक दलालां ने कहना शुरू करता है कि इस तरह दाह संस्कार कराउण नाल भी मोक्ष मिल जाता है, क्योंकि असीं सारे जरूरी मंत्र अरदासां शब्द लाश नूं जलाउण तो पहलां पढ़ दिंदे हां। बिजली शब्दाह गृह के बारे में तो कई धार्मिक दलालां हुण ये भी कहना शुरू करता है लोड़ खोज दी मां है। हुण सवाल यह उठता है कि जेकर संस्कारां नूं किसी भी तरह तोड़ मरोड़ के मोक्ष मिल सकता है तो फिर ये धार्मिक एजेंट परंपरागत तरीके नाल मृतक का संस्कार करने ते क्यों जोर दिंदे हन। इसका साफ कारण है उन्हां दी इस कारज राही हुंदी कमाई। इन्हां ढंगां उत्ते इन्हां एजेंटां दीयां दलीलां उपर तां प्रश्न चिन्ह लगदा ही है, नाल ही उन्हां दा दोगलापन भी सामने आउंदा है। पंडित शांति प्रसाद शास्त्री जी ने तो बिजली शब्दाह कराउण नाल मोक्ष मिलण की दलील नूं सिरे तो ही खारिज कर दिता। वो कहता है कर्मकांडी ब्राह्मण कदे भी इस गल नाल सहमत नहीं होवेगा। हाँ, कई मूर्ख पंडितां ने जरूर अपने निजी स्वार्थ के लिए अजिहा मनना शुरू करता है। दूजे पासे दाह संस्कार कराउण वाले एक होर ब्राह्मण ने कहा सच कहाँ तो मोक्ष का मैनू भी पता नहीं है। इसका पता मैनू भी तदे लगेगा जब मैं मरांगा। असीं मोक्ष की गल करते हैं ਅਤੇ इस करके लोग साडे कोल आउंदे हन, नहीं तो अज भी इस मतलबी दुनिया में कोई एवें ही तो दान नहीं देवेगा। ये गल याद रखने वाली है कि ये मोक्ष का ढकोंच सिर्फ पंडित ही नहीं करते, सगों बाकी धर्मों में भी थोड़े बहुते फर्कों नाल इहो जी गूगल तुख रही है। शमशान घाट में हर थां कंधां उपर धर्म कर्म दीयां गल्लां श्लोक के शब्द लिखे होंदे हन, जिवें शरीर मर मिट जाता है, आत्मा कदे नहीं मरदी, मोक्ष की मुक्ति का द्वार है। शरीर तो पंज तत्त का पुतला है, इंसान मेरी मेरी करता है, वो नहीं जानता कि राख की ढेरी भी उसकी नहीं है। आदि इत्थे भी लिखा होंदा है तू दिन में एक नेक काम कर। इत्थे काम करने वाले कर्मचारियों और धार्मिक एजेंटां नूं देख के तो लगता है कि वो आप तो सारे दिन में एक भी नेक काम नहीं करते। ये पुछण ते कि जेकर कोई गरीब दाह संस्कार के लिए आ जाए और उसके कोल पैसे ना होण तो तुसीं की करते हो। इस सवाल उत्ते एक धार्मिक दलाल का कहना सी असीं उसनूं किसी होर शमशान घाट जाण लई कह दिंदे हां। उंज जेकर मोक्ष की गल की जाए तो हवाई जहाज़ दुर्घटना में मरण वालियां दी आत्मा जां लड़ाई वेले बंबां नाल सारा शरीर उड़ जाण वालियां दी आत्मा का की हुंदा है। कई बच्चे जमदे ही मुरदे हैं, उन्हां दी आत्मा का की बनता है। मांस खाण वाले हर रोज़ जानवर खांदे हैं,
ਉਹਨਾਂ ਜਾਨਵਰਾਂ, ਪੰਛੀਆਂ, ਸਮੁੰਦਰੀ ਮੱਛੀਆਂ ਅਤੇ ਹੋਰ ਜੀਵਾਂ ਦੀਆਂ ਆਤਮਾਵਾਂ ਦਾ ਕਿਵੇਂ ਨਿਪਟਾਰਾ ਹੁੰਦਾ ਹੈ, ਜਾਂ ਉਹਨਾਂ ਇਨਸਾਨਾਂ ਦੀਆਂ ਆਤਮਾਵਾਂ ਜਿਨ੍ਹਾਂ ਦੇ ਦਾਹ ਸੰਸਕਾਰ ਵੇਲੇ ਕਿਰਿਆ ਕਰਨ ਵਿੱਚ ਕੁਝ ਕਮੀਆਂ ਰਹਿ ਗਈਆਂ ਹੋਣ, ਜਾਂ ਦੁਨੀਆ ਵਿੱਚ ਜਿਹੜੇ ਲੋਕ ਨਾ ਤਾਂ ਰੱਬ ਜਾਂ ਆਤਮਾ ਦੀ ਹੋਂਦ ਤੋਂ ਮੁਨਕਰ ਹਨ, ਉਹਨਾਂ ਦਾ ਕੀ ਬਣਦਾ ਹੈ? ਕੀ ਉਹ ਸਾਰੀਆਂ ਆਤਮਾਵਾਂ ਭਟਕੀ ਰਹੀਆਂ ਹਨ? ਫਿਰ ਤਾਂ ਆਤਮਾਵਾਂ ਦਾ ਵਾਸ ਵੱਧ ਅਤੇ ਇਨਸਾਨਾਂ, ਜਾਨਵਰਾਂ ਆਦਿ ਦੀ ਆਬਾਦੀ ਘਟਣੀ ਚਾਹੀਦੀ ਹੈ। ਇਹ ਵੀ ਕਿ ਇਹ ਆਤਮਾਵਾਂ ਸਿਰਫ ਏਸ਼ੀਅਨ ਮੁਲਕਾਂ ਵਿੱਚ ਹੀ ਜ਼ਿਆਦਾ ਕਰਕੇ ਭਟਕਦੀਆਂ ਹਨ, ਦੁਨੀਆ ਦੇ ਕਿਸੇ ਹੋਰ ਖਿੱਤੇ ਵਿੱਚ ਨਹੀਂ। ਇਹ ਵੀ ਸੋਚਣ ਵਾਲੀ ਗੱਲ ਹੈ ਕਿ ਇਹ ਭਟਕਦੀਆਂ ਆਤਮਾਵਾਂ ਕਿੱਥੇ ਵਾਸ ਕਰਦੀਆਂ ਹਨ ਅਤੇ ਮੋਕਸ਼ ਤੋਂ ਬਾਅਦ ਕਿੱਥੇ ਅਲੋਪ ਹੋ ਜਾਂਦੀਆਂ ਹਨ। ਨਾਲੇ ਧਾਰਮਿਕ ਦਲਾਲ ਇਹ ਵੀ ਪ੍ਰਚਾਰ ਕਰਦੇ ਹਨ ਕਿ ਆਤਮਾਵਾਂ ਹੋਰ ਜੂਨਾਂ ਵਿੱਚ ਕਰਮਾਂ ਮੁਤਾਬਕ ਚਲੇ ਜਾਂਦੀਆਂ ਹਨ। ਇਹ ਸਾਰਾ ਕੁਝ ਜਿੱਥੇ ਮੂਰਖ ਬਣਾਉਣ ਅਤੇ ਡਰਾਉਣ ਦਾ ਢੰਗ ਤਰੀਕਾ ਹੈ, ਉੱਥੇ ਆਰਥਿਕ ਲੁੱਟ ਦਾ ਵੀ ਬਹੁਤ ਵੱਡਾ ਕਾਰੋਬਾਰ ਹੈ। ਮੋਕਸ਼, ਸਵਰਗ, ਨਰਕ, ਅਗਲਾ ਪਿਛਲਾ ਜਨਮ, ਜੂਨਾਂ ਆਦਿ ਦੀਆਂ ਗੱਲਾਂ ਦੀ ਕੋਈ ਵੀ ਹੋਂਦ ਨਹੀਂ ਹੈ। ਮਰਨ ਬਾਅਦ ਇਹਨਾਂ ਵਿੱਚੋਂ ਕਿਹਨੇ ਆਣ ਕੇ ਇਸ ਦੁਨੀਆ ਵਿੱਚ ਦੱਸਿਆ ਹੈ ਕਿ ਕੀ ਹੁੰਦਾ ਹੈ? ਇਹ ਸਾਰਾ ਮੱਕੜ ਜਾਲ ਮਨ ਘੜਤ ਹੈ। ਸਗੋਂ ਲੇਖਕਾਂ ਨੂੰ ਇਹ ਸ਼ਬਦ ਵੀ ਨਹੀਂ ਵਰਤਣੇ ਚਾਹੀਦੇ ਤਾਂ ਕਿ ਸਮੇਂ ਨਾਲ ਇਹਨਾਂ ਦਾ ਭੋਗ ਪੈ ਸਕੇ। ਨਾ ਰਹੇਗਾ ਬਾਂਸ ਅਤੇ ਨਾ ਵੱਜੇਗੀ ਬੰਸਰੀ। ਇਹ ਤਾਂ ਸੀ ਜੀ ਇਹ ਮੇਰਾ ਛੋਟਾ ਜਿਹਾ ਲੇਖ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਡਾਕਟਰ ਸਾਹਿਬ, ਮੈਂ ਫਕੀਰ ਚੰਦ ਚੌਹਾਨ ਬੋਲਦਾ ਬਰਮਿੰਘਮ ਤੋਂ। ਚੌਹਾਨ ਸਾਹਿਬ, ਤੁਹਾਡਾ ਵੈਲਕਮ ਹੈ, ਤੁਹਾਡਾ ਸਵਾਗਤ ਹੈ। ਤੁਸੀਂ ਇਸ ਵਿਸ਼ੇ ਬਾਰੇ ਕੀ ਕਹਿਣਾ ਚਾਹੁੰਦੇ ਆ? ਦੇਖੋ, ਪਹਿਲਾਂ ਤਾਂ ਇਹ ਬਹੁਤ ਮਹੱਤਵਪੂਰਨ ਵਿਸ਼ਾ ਆ। ਹਾਂਜੀ, ਕਿਉਂਕਿ ਜ਼ਰੂਰ ਇਹਨਾਂ ਦੇ ਵਿਸ਼ਿਆਂ ਤੇ ਚਰਚਾ ਹੋਣੀ ਚਾਹੀਦੀ ਆ। ਕਿਉਂਕਿ ਜਿਹੜਾ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਵੀ ਜਿਸ ਵੇਲੇ ਇਨਸਾਨ ਦੀ ਮੌਤ ਹੁੰਦੀ ਆ, ਮੌਤ ਤੋਂ ਬਾਅਦ ਕੀ ਰੂਹ ਜਾਂ ਆਤਮਾ ਕੋਈ ਹੈ? ਪਰ ਜਿਹੜਾ ਪ੍ਰੋਹਤ ਵਰਗ ਆ ਉਹਨੂੰ ਇਸ ਤਰ੍ਹਾਂ ਕੀਤਾ ਆ ਵੀ ਜਿਹੜਾ ਮੈਂ ਹੁਣ ਪਹਿਲਾਂ ਆਪਣੇ ਤਜਰਬੇ ਤੋਂ ਦੱਸਦਾ। ਹਾਂਜੀ, ਵੀ ਜਿਸ ਵੇਲੇ ਮੈਂ ਪੜ੍ਹਦਾ ਸੀਗਾ ਤਾਂ ਉਸ ਵੇਲੇ ਕਿਤਾਬ ਜਿਹੜੀ ਲੱਗੀ ਸੀ 10 ਗ੍ਰੇਟ ਲਾਈਫ ਚੋਜ ਮੁਨਸ਼ੀ ਪ੍ਰੇਮ ਚੰਦ ਦਾ ਜ਼ਿਕਰ ਹੈ। ਹਾਂਜੀ ਹਾਂਜੀ, ਕਿਉਂਕਿ ਉਹਦੇ ਵਿੱਚ ਹੀ ਉਹਨੇ ਜਿਹੜਾ ਉਹਦੇ ਇੱਕ ਨਾਵਲ ਦਾ ਜ਼ਿਕਰ ਹੈ ਗੋਦਾਨ ਦਾ। ਬਿਲਕੁਲ ਬਿਲਕੁਲ। ਕਿਉਂਕਿ ਉਹ ਜਿਹੜਾ ਪਾਤਰ ਹੈ ਭਖੋਰੀ, ਦੇਖ ਲਓ, ਗਰੀਬ ਕਿਸਾਨ ਹੁੰਦਾ, ਉਹ ਜਾਣੇ ਇੰਨੀ ਉਹਦੀ ਹਾਲਤ ਖਰਾਬ ਹੁੰਦੀ ਆ, ਸੜਕ ਤੇ ਰੋੜੀ ਕੁੱਟਦਾ ਮਰ ਜਾਂਦਾ ਤੇ ਸਾਰੇ ਘਰ ਦੇ ਵਿੱਚ ਰੋਂਦੇ ਆ। ਤਾਂ ਉਹ ਪੰਡਤ ਆ ਕੇ ਕਹਿੰਦਾ ਵੀ ਇਹਦੀ ਗਤੀ ਨਹੀਂ ਹੋਣੀ। ਉਹ ਸਾਰੇ ਕਹਿੰਦੇ ਵੀ ਗਤੀ ਤਾਂ ਜ਼ਰੂਰ ਹੋਣੀ ਚਾਹੀਦੀ ਆ। ਉਹਨਾਂ ਦੇ ਵਿਹੜੇ 'ਚ ਗਾਂ ਹੁੰਦੀ ਆ, ਉਹ ਕਹਿੰਦਾ ਵੀ ਮੈਨੂੰ ਗਾਂ ਦਾਨ ਦਿਓ ਤਾਂ ਗਤੀ ਹੋਣੀ। ਤੁਸੀਂ ਦੇਖੋ ਵੀ ਇੱਕ ਤਾਂ ਉਹ ਘਰ ਦੇ ਵਿੱਚੋਂ ਚਲੇ ਗਿਆ ਬੰਦਾ, ਦੂਸਰਾ ਉਹਨੀ ਗਾਂ ਪਾਲੀ ਹੁੰਦੀ, ਉਹ ਮੁਫਤ ਦੇ ਵਿੱਚੋਂ ਮੰਗਦਾ। ਹਾਂਜੀ ਹਾਂਜੀ। ਪਰ ਬੜੀ ਤਾਂ ਗੱਲ ਆ ਵੀ ਜਿਹੜੇ ਬੰਦੇ ਵਹਿਮ ਨੂੰ ਮੰਨਦੇ ਆ ਉਹ ਕਹਿੰਦੇ ਆ ਵੀ ਇਹ ਤੁਹਾਨੂੰ ਉਹ ਜਿਹੜਾ ਬੰਦਾ ਚਲੇ ਗਿਆ ਉਹ ਰੂਹ ਨੇ ਫਿਰ ਤੰਗ ਕਰਨਾ। ਏਦਾਂ ਹੀ ਜੀ ਨਹੀਂ, ਉਹ ਲੋਕ ਮੰਨਦੇ ਇਸ ਤਰ੍ਹਾਂ। ਹੁਣ ਤੁਸੀਂ ਦੇਖੋ ਵੀ ਹੁਣ ਵੱਡੀ ਤਾਂ ਗੱਲ ਆ ਵੀ ਜਿੱਦਾਂ ਹੁਣ ਤੁਸੀਂ ਜ਼ਿਕਰ ਕੀਤਾ ਵੀ ਜਿਹੜੇ ਗ੍ਰੰਥ ਵੀ ਲਿਖੇ ਗਏ, ਹੁਣ ਜਿਹੜੀ ਗੀਤਾ ਆ, ਹੁਣ ਗੀਤਾ ਦੇ ਵਿੱਚ ਤੁਸੀਂ ਜ਼ਿਕਰ ਦੇਖੋ ਵੀ ਜਿਹੜਾ ਉਹ ਅਰਜਨ ਜਾਨੀ ਲੜਨਾ ਨਹੀਂ ਚਾਹੁੰਦਾ, ਉਹ ਕ੍ਰਿਸ਼ਨ ਉਹਨੂੰ ਜਾਨੀ ਮਨਾਉਂਦਾ ਵੀ ਤੂੰ ਕਿਉਂ ਨਹੀਂ ਲੜਨਾ ਚਾਹੁੰਦਾ। ਉਹ ਕਹਿੰਦਾ ਵੀ ਅਸੀਂ ਸਾਰੇ ਇਹ ਲੜਾਈ ਦੇ ਵਿੱਚ ਖਤਮ ਹੋ ਜਾਣਾ। ਉਹ ਉਹਨੂੰ ਕਹਿੰਦਾ ਵੀ ਤੁਸੀਂ ਖਤਮ ਨਹੀਂ ਹੋਣਾ, ਉਹ ਤਾਂ ਸਰੀਰ ਮਰਨੇ ਆ, ਆਤਮਾ ਤਾਂ ਰਹਿਣੀ ਹੈ। ਦੇਖੋ ਕਿੰਨੀ ਜਾਨੀ ਮਤਲਬ ਮਾੜੀ ਗੱਲ ਆ ਵੀ ਉਹ ਤਾਂ ਸਰੀਰ ਮਰਨੇ, ਆਤਮਾ ਰਹਿਣੀ ਹੈ, ਵੀ ਤੁਸੀਂ ਤਾਂ ਉਦਾਂ ਹੀ ਰਹਿਣਾ। ਇਹਦਾ ਮਤਲਬ ਤੁਸੀਂ ਭਟਕਦੇ ਫਿਰਨਾ। ਜੇ ਉਹ ਰਹਿਣਾ ਤਾਂ ਮੁੜ ਕੇ ਘਰਾਂ ਨੂੰ ਨਹੀਂ ਆਉਂਦੇ ਫਿਰ ਉਹ ਦੇਖੋ ਮੰਨ ਲਿਆ ਉਹਨੇ ਤਾਂ ਉਹ ਯੁੱਧ ਹੋਇਆ। ਪਰ ਹੁਣ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਮੈਂ ਆਪਣੇ ਪਰਸਨਲ ਲਾਈਫ ਤੋਂ ਦੇਖਿਆ ਵੀ ਜਿੱਦਾਂ ਹੁਣ ਦੇਖੋ ਕਿੱਡੀ ਤੁਹਾਡੀ ਹਿੰਮਤ ਆ, ਤੁਸੀਂ ਇੱਥੇ ਜ਼ਿਕਰ ਕਰਦੇ ਆ। ਬਹੁਤੇ ਤਾਂ ਲੋਕ ਡਰਦੇ, ਏਦਾਂ ਦੀ ਚਰਚਾ ਹੀ ਨਹੀਂ ਕਰਦੇ। ਬਿਲਕੁਲ ਬਿਲਕੁਲ ਨਹੀਂ ਕਰਦੇ। ਨਹੀਂ ਡਰਦੇ ਨਹੀਂ ਬਿਲਕੁਲ। ਜਿਹੜੇ ਧਾਰਮਿਕ ਪਲੇਸ ਆ ਉੱਥੇ ਕਹਿੰਦੇ ਵੀ ਚੁੱਪ ਹੋ ਜਾਓ। ਫਿਰ ਜਦ ਮੌਤ ਹੋ ਜਾਂਦੀ ਆ ਫਿਰ ਤਾਂ ਕੋਈ ਹਿੰਮਤ ਹੀ ਨਹੀਂ ਕਰਦਾ। ਹੁਣ ਮੈਂ ਮਤਲਬ ਇਹ ਆ ਗਈ ਆ ਵੀ ਜਿਸ ਵੇਲੇ ਮੇਰੇ ਤੇ ਪ੍ਰਭਾਵ ਹੋਇਆ, ਬੁੱਧਾ ਨੇ ਧੰਮਾ ਮੈਂ ਪੜ੍ਹੀ, ਬਾਬਾ ਸਾਹਿਬ ਨੇ ਜਿਹੜੀ ਲਿਖੀ ਆ ਉਹ ਚ ਸਪਸ਼ਟ ਕੀਤਾ ਗਿਆ ਵੀ ਕੋਈ ਆਤਮਾ ਨਹੀਂ, ਵੀ ਜਿਸ ਵੇਲੇ ਮੌਤ ਹੋ ਗਈ ਆ ਬਸ ਮੌਤ ਹੋ ਗਈ ਆ। ਜਿਸ ਤਰ੍ਹਾਂ ਇੱਕ ਦੀਵਾ ਹੁੰਦਾ, ਮੋਮਬੱਤੀ ਹੁੰਦੀ ਆ, ਉਹ ਜਦ ਮੋਮਬੱਤੀ ਬੁਝਦੀ ਆ, ਇਸ ਤਰ੍ਹਾਂ ਇਨਸਾਨ ਹੈ। ਔਰ ਪਰ ਜਿਹੜੀ ਲੋਕਾਂ ਨੂੰ ਡਰਾਇਆ ਜਾਂ ਕਿੱਦਾਂ ਜਾਣੀ, ਜੀ ਮੈਂ ਆਪਣੀ ਘਟਨਾ ਦਾ ਜ਼ਿਕਰ ਕਰਨਾ ਵੀ ਮੇਰੇ ਪਿਤਾ ਦੀ ਮੌਤ ਪਿੰਡ ਹੋਈ ਸੀ। ਹਾਂਜੀ ਹਾਂਜੀ। ਔਰ ਮੈਨੂੰ ਇੱਥੇ ਚਿੱਠੀ ਆਈ ਸੀ ਜਦ ਮੈਂ ਗਿਆ ਤਾਂ ਉਹ ਤੁਸੀਂ ਦੇਖੋ ਵੀ ਜਿਹੜੇ ਬੰਦੇ ਆਉਣ ਉਹ ਨਹੀਂ, ਪਹਿਲਾਂ ਮੈਨੂੰ ਇਹੀ ਸਵਾਲ ਕੀਤਾ ਵੀ ਪਾਠ ਰਖਾ ਲਿਆ।
ਮੈਂ ਬੜਾ ਹੈਰਾਨ ਵੀ ਇਹਨਾਂ ਨੂੰ ਮੇਰੇ ਨਾਲ ਹਮਦਰਦੀ ਕੀ ਹੈ। ਵੀ ਇਹ ਤਾਂ ਮੇਰੀ ਜ਼ਿੰਮੇਵਾਰੀ ਆ, ਮੈਂ ਕੀ ਕਰਨਾ। ਬਿਲਕੁਲ ਬਿਲਕੁਲ। ਫਿਰ ਉਹ ਤੁਸੀਂ ਦੇਖੋ ਵੀ ਉਹ ਕੋਈ ਬੰਦਾ ਕੋਈ ਨਾ ਅਫਸੋਸ ਦੀ ਗੱਲ ਕਰਦਾ ਨਾ ਕਿੱਦਾਂ ਨਹੀਂ। ਮੈਂ ਫਿਰ ਉਹਨਾਂ ਨਾਲ ਗੱਲਬਾਤ ਕੀਤੀ, ਮੈਂ ਕਿਹਾ ਵੀ ਮੈਂ ਕੁਛ ਨਹੀਂ ਕਰਾਉਣਾ। ਫਿਰ ਉਹ ਕਹਿੰਦੇ ਵੀ ਗੰਗਾ ਕਰ ਜਾਣਾ। ਮੈਂ ਕਿਹਾ ਵੀ ਗੰਗਾ ਕੀ ਕਰਨ ਜਾਣਾ। ਫਿਰ ਮੈਂ ਸਾਰਿਆਂ ਨੂੰ ਦੱਸਿਆ, ਉਹ ਕਹਿੰਦੇ ਵੀ ਜਾਣੇ ਆਪਾਂ। ਮੈਂ ਕਿਹਾ ਵੀ ਇਹ ਤੁਸੀਂ ਲੀਹ ਬਣਾ ਜੀ ਹੈ। ਮੈਂ ਕਿਹਾ ਵੀ ਮੈਂ ਆਪਣਾ ਮਨ ਬਣਾਇਆ 10 ਮੀਲ ਸਾਡੇ ਪਿੰਡ ਤੋਂ ਸਤਲੁਜ ਹੈ। ਉਹ ਦੇ ਲੋ ਉਹ ਕਹਿਣ ਵੀ ਏਦਾਂ ਕਿਸੇ ਨੇ ਕੀਤਾ ਨਹੀਂ। ਮੈਂ ਕਿਹਾ ਵੀ ਮੈਂ ਕਰਨਾ। ਮੈਂ ਕਿਹਾ ਵੀ ਮੇਰੇ ਕੋਲ ਨਾਲ ਵੀ ਨਾ ਜਾਏ ਵੀ ਜਿਹੜਾ ਹੈ ਤੁਸੀਂ ਕਹਿੰਦੇ ਵੀ ਰੂਹ ਤੰਗ ਕਰੂਗੀ ਜਾਂ ਏਦਾਂ। ਤੇ ਪਰ ਉਹ ਬੜੀ ਤਾਂ ਗੱਲ ਆ, ਮੈਂ ਕੀਤਾ। ਤੁਸੀਂ ਦੇਖੋ ਵੀ ਸੱਚ ਮੰਨਿਓ ਵੀ ਜੇ ਕੋਈ ਏਦਾਂ ਹੋਵੇ ਤਾਂ ਮੈਨੂੰ ਉਹ ਤਾਂ ਲੋਕ ਤਾਂ ਕਹਾਣੀਆਂ ਬਹੁਤ ਬਣਾਉਂਦੇ ਏਦਾਂ ਬਣਾਉਂਦੇ ਆ ਜੀ। ਬਿਲਕੁਲ ਨਹੀਂ ਉੱਥੇ ਆ ਜਿਹੜੇ ਜਠੇਰੇ ਹੁਣ ਬਣ ਗਏ ਇਸ ਬਣਾ ਤੇ ਹੀ ਬਣੇ ਆ ਏਦਾਂ ਹੀ। ਉਹ ਜਿਹੜੇ ਜਠੇਰੇ ਹੈ ਨਾ ਥਾਂ ਬਣ ਗਏ ਆ ਇਸੇ ਕਰਕੇ ਬਣੇ। ਜਿਹੜੇ ਅੰਧ ਵਿਸ਼ਵਾਸੀ ਲੋਕ ਜਿਹੜੇ ਆ ਉਹਨਾਂ ਦਾ ਮਨ ਕਮਜ਼ੋਰ ਆ। ਉਹਨਾਂ ਨੂੰ ਕਹਿੰਦੇ ਵੀ ਤੁਹਾਡਾ ਕੰਮ ਤਾਂ ਨਹੀਂ ਹੁੰਦਾ, ਵੀ ਤੁਹਾਡੇ ਜਿਹੜੇ ਬਜ਼ੁਰਗ ਆ ਉਹ ਤੁਹਾਨੂੰ ਤੰਗ ਕਰਦੇ ਆ। ਏਦਾਂ ਹੀ ਏਦਾਂ ਹੀ। ਔਰ ਏਦਾਂ ਮੈਂ ਤਾਂ ਦੇਖੋ ਕਿੰਨਾ ਅੰਧ ਵਿਸ਼ਵਾਸ ਆ ਵੀ ਜੇ ਤੁਸੀਂ ਸਭ ਕੁਝ ਕੀਤਾ ਆ ਵੀ ਆ ਸਭ ਕੀਤਾ ਵੀ ਫਿਰ ਕਿੱਦਾਂ ਤੰਗ ਕਰਦੇ। ਫਿਰ ਤਾਂ ਠੀਕ ਹੋਣੇ ਚਾਹੀਦੇ ਆ। ਔਰ ਡਾਕਟਰ ਸਾਹਿਬ ਵੀ ਦੇਖੋ ਇੱਥੋਂ ਮੈਂ 2 ਜਨਾਨੀਆਂ ਦਾ ਜ਼ਿਕਰ ਕਰਦਾ ਵੀ ਇੱਥੋਂ ਉਹਨਾਂ ਜਨਾਨੀਆਂ ਨੂੰ ਪੰਜਾਬ ਜਾ ਕੇ ਦੱਬਿਆ। ਦੇਖੋ ਪਹਿਲਾਂ ਤਾਂ ਕਿੰਨਾ ਖਰਚ ਆਉਂਦਾ। ਕਿਉਂਕਿ ਉਹ ਜਿਹੜੇ ਹੁਣ ਤੁਹਾਨੂੰ ਪਤਾ ਵੀ ਜਿਹੜਾ ਰੀਬਰਥ ਦਾ ਰੀਸਟ੍ਰਕਸ਼ਨ ਆ ਜਾਨੀ ਉਹ ਕਹਿੰਦੇ ਆ ਵੀ ਜੇ ਤੁਸੀਂ ਏਦਾਂ ਨਹੀਂ ਕਰਨੀ, ਜਿਹੜੇ ਇਹ ਵਿਸ਼ਵਾਸ ਕਰਦੇ ਆ ਵੀ ਰੀਸਟ੍ਰਕਸ਼ਨ ਆ ਉਹਨਾਂ ਉਹ ਕਹਿੰਦੇ ਵੀ ਜ਼ਰੂਰ ਉਹਨੂੰ ਦੱਬੋ। ਰੀਇਨਕਾਰਨੇਸ਼ਨ। ਹਾਂਜੀ ਹਾਂਜੀ ਹਾਂਜੀ। ਹਾਂ ਕਹਿੰਦੇ ਉਹ ਇੱਕ ਰੀਬਰਥ ਰੀਸਟ੍ਰਕਸ਼ਨ। ਹਾਂ ਰੈਜ਼ਰੈਕਸ਼ਨ ਹੁੰਦਾ ਹੈਗਾ, ਯਾਨੀ ਕਿ ਉਹ ਜਿਹੜਾ ਕਹਿੰਦਾ ਬੰਦਾ ਜਿੰਦਾ ਉੱਠ ਖੜਦਾ ਹੈਗਾ ਮਰਿਆ। ਹਾਂ ਨਹੀਂ ਉਹ ਇਹ ਕਹਿੰਦੇ ਆ ਵੀ ਜੇ ਹੁਣ ਉਹ ਇਹ ਮੰਨਣ ਵਾਲੇ ਇਹ ਕਹਿੰਦੇ ਆ ਵੀ ਜੇ ਤੁਸੀਂ ਉਹਨੂੰ ਲੋਹੀ ਦਿੱਤਾ ਤਾਂ ਉੱਠੂ ਕਿੱਦਾਂ। ਏਦਾਂ ਹੀ। ਔਰ ਜਿਹੜੇ ਆਤਮਾ ਨੂੰ ਮੰਨਦੇ ਉਹ ਕਹਿੰਦੇ ਵੀ ਉਹ ਸਰੀਰ ਲੂ ਹੁੰਦਾ, ਆਤਮਾ ਤਾਂ ਰਹਿੰਦੀ ਹੈ। ਵੀ ਜੇ ਤੁਸੀਂ ਨਹੀਂ ਉਹਨੂੰ ਕਰਦੇ ਹੋ ਫਿਰ ਤੁਹਾਨੂੰ ਬਾਰ-ਬਾਰ ਤੰਗ ਕਰਦੀ। ਏਦਾਂ ਹੀ ਏਦਾਂ ਹੀ। ਔਰ ਲੋਕ ਇਹਨਾਂ ਚੀਜ਼ਾਂ ਨੂੰ ਮੰਨਦੇ ਔਰ ਲੁੱਟ ਹੋ ਰਿਹਾ ਹੈ। ਏਦਾਂ ਹੀ। ਬਿਲਕੁਲ ਬਿਲਕੁਲ। ਇਸ ਕਰਕੇ ਜ਼ਰੂਰੀ ਦੇਖੋ ਮਤਲਬ ਇਹ ਜਿਹੜਾ ਇੱਕ ਪ੍ਰੋਹਤਵਾਦ ਨੇ ਕੰਮ ਸ਼ੁਰੂ ਕੀਤਾ ਆ ਔਰ ਇਹਦੇ ਵਿੱਚ ਹੋਰ ਸਾਰੇ ਧਰਮਾਂ ਦੇ ਲੋਕ ਆ ਔਰ ਲੋਕਾਂ ਨੂੰ ਲੁੱਟਦੇ। ਇਹਦੇ ਵਿੱਚ ਆਪਣਾ ਚੌਹਾਨ ਸਾਹਿਬ ਲੋਕੀ ਬਿਸਤਰੇ ਦਿੰਦੇ ਆ, ਭਾਂਡੇ ਦਿੰਦੇ ਆ, ਮੰਜੇ ਦਿੰਦੇ ਆ। ਮੈਂ ਤਾਂ ਤੁਹਾਨੂੰ ਦੱਸਦਾ ਵੀ ਹੁਣ ਉਹ ਜਿਹੜਾ ਜਦੋਂ ਪੰਡਿਤ ਗਾਂ ਮੰਗਦਾ ਸੀਗਾ ਤਾਂ ਭਾਂਡੇ ਨਹੀਂ ਮੰਗਦੇ, ਉਹ ਤਾਂ ਟੁੰਬਾ ਮੰਗਦੇ ਆ। ਜਿਹੜਾ ਨਾ ਕੋਠੇ ਖੜਕ ਸਿੰਘ ਰਾਮ ਸਰੂਪ ਅਣਖੀ ਨੇ ਨਾਵਲ ਲਿਖਿਆ ਉਹਦੇ ਵਿੱਚ ਵੀ ਉਹ ਰਾਮ ਸਰੂਪ ਅਣਖੀ ਇਹੀ ਦੱਸਦਾ। ਕਿਉਂਕਿ ਉਹ ਵਿਆਹ ਰੱਖਿਆ ਹੁੰਦਾ, ਉਹ ਵਿਆਹ ਦੇ ਵਿੱਚ ਜਾਨੀ ਉਹ ਦਾਜ ਮੰਗੀ ਜਾਂਦੇ ਆ ਤਾਂ ਉਹ ਬਜ਼ੁਰਗ ਕਹਿੰਦਾ ਵੀ ਮੈਂ ਤਾਂ ਜ਼ਮੀਨ ਲਈ ਸੀ, ਮੈਂ ਤਾਂ ਮਿਲਟਰੀ ਸੀ। ਉਹ ਜਾ ਕੇ ਦੱਸਦਾ ਵੀ ਜ਼ਮੀਨ ਹੁਣ ਮੈਂ ਗਹਿਣੇ ਕਰ ਦਿੱਤੀ ਹੈ। ਸਾਰਾ ਸਮਾਨ ਉੱਥੇ ਲਿਆ ਕੇ ਰੱਖਿਆ ਹੁੰਦਾ, ਜਾਨੀ ਉਹ ਬਜ਼ੁਰਗ ਮਰ ਜਾਂਦਾ। ਉਹ ਜਾਨੀ ਤੁਸੀਂ ਦੇਖੋ ਵੀ ਵਿਆਹ ਰੁਕ ਜਾਂਦਾ ਤਾਂ ਉਹਦਾ ਇਕੱਠ ਕਰ ਦਿੰਦੇ ਆ। ਹਾਂਜੀ। ਉਹ ਸਾਰਾ ਸਮਾਨ ਵੀ ਲਾਉਂਦੇ ਤਾਂ ਕੋਲੋਂ ਬ੍ਰਾਹਮਣਾਂ ਨੂੰ ਪੈਸੇ ਦਿੰਦੇ ਆ। ਔਰ ਮਾਲਵੇ ਰੀਜਨ ਤਾਂ ਇਹ ਬਹੁਤ ਆ ਵੀ ਜਿਹੜੇ ਉੱਥੇ ਬਹੁਤ ਜਾਨੀ ਜਦ ਵੀ ਏਦਾਂ ਕੋਈ ਮੌਤ ਹੁੰਦੀ ਹੈ ਤਾਂ ਉੱਥੇ ਤਾਂ ਬਹੁਤ ਟੁੰਬਾਂ ਵੀ ਦਿੰਦੇ ਆ, ਮੁੰਦੀਆਂ ਪਾਉਂਦੇ ਆ। ਇਹ ਜਹਾਲਤ ਦੀਆਂ ਨਿਸ਼ਾਨੀਆਂ ਆਮ ਬਹੁਤ ਦਿੰਦੇ ਆ। ਹੁਣ ਬੜੀ ਤਾਂ ਗੱਲ ਆ ਵੀ ਇੱਥੇ ਮੈਂ ਖੁਦ ਗੁਰੂ ਘਰਾਂ 'ਚ ਦੇਖਿਆ ਉਹਨੇ ਇੰਨਾ ਕੰਮ ਵਧਾ ਲਿਆ ਨਾ, ਮਤਲਬ ਉਹ ਮਗਰੋਂ ਜਦ ਮੌਤ ਤੋਂ ਬਾਅਦ ਛਾਟਾਂ ਲਿਆਉਂਦੇ ਆ, ਬਹੁਤ ਕੱਪੜੇ ਲਿਆਉਂਦੇ ਆ ਵੀ ਸਾਤੋਂ ਲਾਓ। ਅੱਛਾ। ਇੱਕ ਨਵੀਂ ਚੀਜ਼ ਸ਼ੁਰੂ ਕਰ ਦਿੱਤੀ। ਇਸ ਕਰਕੇ ਦੇਖੋ ਜਿਹੜੀ ਮੌਤ ਆ, ਮੌਤ ਹੋ ਗਈ ਆ ਔਰ ਬਾਅਦ ਦੇ ਵਿੱਚ ਤੁਸੀਂ ਆਪਣਾ ਮਨ ਤਕੜਾ ਕਰੋ। ਬਿਲਕੁਲ ਬਿਲਕੁਲ ਬਿਲਕੁਲ। ਗਾਂ ਕੀ ਕਰਨਾ ਵੀ ਗਾਂ ਉਹ ਜਿਹੜਾ ਪਰਸਨ ਚਲੇ ਗਿਆ ਵੀ ਉਹ ਕੰਮ ਕਰਦਾ ਸੀ ਹੋਰ ਸੀ, ਉਹਦੇ ਵੱਡੀ ਗੱਲ ਵਿਚਾਰ ਕਿਹੜੇ ਸੀ। ਦੇਖੋ ਇਹ ਜਿਹੜੇ ਗੋਰੇ ਲੋਕ ਆ ਉਸ ਲਾਈਫ ਨੂੰ ਸੈਲੀਬ੍ਰੇਟ ਕਰਦੇ ਹੈ। ਨਹੀਂ ਵੱਡੀ ਤਾਂ ਗੱਲ ਉਹ ਸਮਝਾਉਂਦੇ ਆ ਲੋਕਾਂ ਨੂੰ, ਪਰ ਅਸੀਂ ਦੇਖੋ ਕੀ ਕਰਦੇ ਆ, ਇੱਕ ਤਾਂ ਉਹਨਾਂ ਦਾ ਹੌਸਲਾ ਕੋਈ ਦਿੰਦਾ ਹੀ ਨਹੀਂ। ਹਾਂਜੀ ਹਾਂਜੀ ਹਾਂਜੀ। ਉਹ ਗੱਲਾਂ ਏਦਾਂ ਦੀਆਂ ਕਰਦੇ ਆ ਵੀ ਤੁਸੀਂ ਮਤਲਬ ਤੁਹਾਡਾ ਬਣੂਗੀ ਗਾਂ। ਏਦਾਂ ਏਦਾਂ ਹੀ ਏਦਾਂ ਹੈ ਏਦਾਂ ਹੀ ਏਦਾਂ। ਉਹ ਸਾਡਾ ਇੱਕ ਟੀਚਰ ਹੁੰਦਾ ਸੀਗਾ ਤਾਂ ਉਹ ਸਾਨੂੰ ਦੱਸਦਾ ਹੁੰਦਾ ਸੀਗਾ, ਉਹ ਕਹਿੰਦਾ ਵੀ ਕਿਸਾਨ ਅਜੇ ਥੋੜਾ ਹੀ ਬਿਮਾਰ ਹੋਇਆ ਤਾਂ ਉਹ ਹਲ ਨਹੀਂ ਵਾਹੁਣ ਗਿਆ। ਉਹ ਸਾਨੂੰ ਪੜਾਉਂਦਾ ਦੱਸਦਾ ਹੁੰਦਾ, ਤਾਂ ਮੁੜਿਆ ਤਾਂ ਆ ਕੇ ਪੈ ਗਿਆ। ਉਹ ਗੁਆਂਢਣੀਆਂ ਇਕੱਠੀਆਂ ਹੋ ਗਈਆਂ ਤਾਂ ਉਹਨੂੰ ਲੱਗ ਪਈਆਂ ਕਹਿਣਾ ਉਹਦੇ ਘਰ ਵਾਲੀ ਨੂੰ ਵੀ ਤੇਰਾ ਬਣੂਗਾ ਕੀ। ਉਹ ਸੁਣਦਾ ਰਿਹਾ
ਉਹ ਸੁਣਦਾ ਰਿਹਾ ਤਾਂ ਉਹ ਬੋਲਿਆ ਨਹੀਂ, ਤਾਂ ਸਾਰੀਆਂ ਨੇ ਇਹੀ ਕਿਹਾ ਵੀ ਤੇਰਾ ਹੁਣ ਕੀ ਬਣੂਗਾ। ਉਹ ਉੱਠ ਕੇ ਖੜਾ ਹੋ ਗਿਆ, ਉਹ ਕਹਿੰਦਾ ਵੀ ਮੈਨੂੰ ਹੋਇਆ ਕੀ ਹੈ, ਮੈਂ ਤਾਂ ਥੱਕ ਗਿਆ ਸੀ ਵੀ ਤੁਸੀਂ ਮੇਰਾ ਭਲਾ ਚਾਹਣਾ ਹੀ ਹੈ ਜਾਂ ਮੈਨੂੰ ਮਾਰਨਾ ਹੀ ਹੈ। ਇਸ ਕਰਕੇ ਦੇਖੋ ਇਹ ਜਿਹੜੀ ਮਾਨਸਿਕਤਾ ਬਦਲਣ ਦੀ ਲੋੜ ਆ ਵੀ ਇਹ ਜਿਹੜੀ ਮਤਲਬ ਮੌਤ ਹੋਣੀ ਹੈ। ਹੁਣ ਪਹਿਲਾਂ ਤਾਂ ਬੜੀ ਗੱਲ ਹੈ ਵੀ ਮੌਤ ਤਾਂ ਤੁਸੀਂ ਜੇ ਹੈਲਥੀ ਆ ਤਾਂ ਤੁਸੀਂ ਜ਼ਿਆਦਾ ਜੀ ਸਕਦੇ, ਪਰ ਜਦ ਤੁਸੀਂ ਆਪਣੇ ਤੇ ਬੋਝ ਹੀ ਪਾ ਲੈਣਾ, ਇੰਨਾ ਮਤਲਬ ਕਰ ਲੈਣਾ, ਤਾਂ ਫਿਰ ਤਾਂ ਤੁਸੀਂ ਕੋਈ ਨਾ ਕੋਈ ਤਾਂ ਨੁਕਸ ਪੈਣਾ ਹੀ ਹੈ। ਬਿਲਕੁਲ ਬਿਲਕੁਲ। ਇਸ ਕਰਕੇ ਮੈਂ ਬਹੁਤ ਇਹ ਜਿਹੜਾ ਤੁਹਾਡਾ ਆਰਟੀਕਲ ਆ ਜਿਹੜਾ ਤੁਸੀਂ ਦੱਸਿਆ, ਇਹ ਲੋਕਾਂ ਨੂੰ ਬਹੁਤ ਇਹਦੇ ਵਿੱਚ ਜਾਗਰੂਕ ਹੋਣਾ ਚਾਹੀਦਾ। ਜੈ ਭੀਮ ਜੈ ਭਾਰਤ। ਜੈ ਭੀਮ ਜੈ ਭਾਰਤ ਜੀ। ਇਹ ਤਾਂ ਸੀ ਜੀ ਮੇਰੇ ਵੀਰ ਕੀ ਚੰਦ ਚੌਹਾਨ ਹੋਣੀ ਬਰਮਿੰਘਮ ਤੋਂ, ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆਪਣੇ ਸਾਰਿਆਂ ਨਾਲ। ਇਹ ਮਸਲਾ ਜਿਹੜਾ ਹੈਗਾ ਬਹੁਤ ਜ਼ਿਆਦਾ ਜ਼ਰੂਰੀ ਵੀ ਹੈ, ਬਹੁਤ ਅਹਿਮ ਵੀ ਹੈਗਾ, ਅਤੇ ਮੈਂ ਸਮਝ ਵੀ ਇਹਦੇ ਬਾਰੇ ਅਸੀਂ ਗੱਲ ਕਰਨ ਤੋਂ ਸੰਕੋਚ ਕਰਦੇ ਹਾਂ। ਹੈਲੋ ਜੀ, ਕੌਣ ਤੁਸੀਂ ਕਿੱਥੋਂ ਬੋਲ ਰਹੇ ਜੀ? ਡਾਕਟਰ ਸਾਹਿਬ ਜਗਦੀਸ਼ ਸਿੰਘ ਬੋਲਦਾ ਗਲਾਸਗੋ। ਹਾਂਜੀ ਜਗਦੀਸ਼ ਸਿੰਘ ਜੀ ਗਲਾਸਗੋ ਤੋਂ, ਤੁਹਾਡਾ ਵੈਲਕਮ ਹੈ, ਤੁਹਾਡਾ ਸਵਾਗਤ ਹੈ। ਤੁਸੀਂ ਕੀ ਕਹਿਣਾ ਚਾਹੁੰਦੇ ਆ? ਜੋ ਸਾਡੇ ਨਾਲ ਬੀਤਿਆ ਉਹ ਦੱਸਾਂਗੇ ਜੀ ਜ਼ਰੂਰ। ਦਾਹ ਸੰਸਕਾਰ ਸਮੇਂ ਜਿਹੜੀ ਤੁਸੀਂ ਲੁੱਟ ਖਸੁੱਟ ਦੀ ਗੱਲ ਕਰਦੇ ਹੋ ਨਾ, ਹਾਂ, ਉਹ ਇੱਕ ਇਹੋ ਜਿਹਾ ਮਾਹੌਲ ਹੁੰਦਾ ਹੈ, ਕਿਸੇ ਦੇ ਘਰ 'ਚ ਸੋਗ ਪਿਆ ਹੋਵੇ, ਸੋਗ ਦਾ ਮਾਹੌਲ ਹੈ, ਪੂਰਾ ਪਰਿਵਾਰ ਜਿਹੜਾ ਨਾ ਬੇਹਾਲ ਹੋਇਆ ਫਿਰਦਾ, ਗਰੀਫ ਸਟ੍ਰਿਕਨ ਹੈ, ਗਮ ਦੇ ਵਿੱਚ ਚੂਰ ਹੋਏ ਆ। ਲੇਕਿਨ ਇਹਦਾ ਅਸਰ ਜਿਹੜੇ ਧਾਰਮਿਕ ਆ ਜਿਹੜੇ ਹੈਗੇ ਨਾ ਅਖੌਤੀ ਬਾਬੇ ਕਿਰਿਆਵਾਂ ਕਰਨ ਵਾਲੇ, ਉਹਨਾਂ ਤੇ ਕੋਈ ਅਸਰ ਨਹੀਂ ਪੈਂਦਾ। ਉਹਨਾਂ ਦੇ ਕੋਲ ਤਾਂ ਇੱਕ ਲਿਸਟ ਫੜੀ ਹੁੰਦੀ ਹੈ, ਉਹਨਾਂ ਵਾਸਤੇ ਆਮਦਨੀ ਦਾ ਸਾਧਨ ਹੈ। ਉਹ ਕਹਿੰਦੇ ਅੱਛਾ ਇੱਕ ਹੋਰ ਮਰ ਗਿਆ, ਚਲੋ ਪੈਸੇ ਕਮਾਈਏ। ਕਰਮ ਕਾਂਡ ਦੀ ਵਿਧੀਆਂ ਨਾਲ ਲੰਬੀ ਭਰੀ ਹੋਈ ਇੱਕ ਲਿਸਟ, ਉਹਦੇ ਵਿੱਚ ਸਮੱਗਰੀਆਂ ਕਿਹੜੀਆਂ ਕਿਹੜੀਆਂ ਕਿੱਦਾਂ ਖਰੀਦਣੀਆਂ, ਉਹ ਸਾਰਾ ਵੇਰਵਾ ਲਿਖਿਆ ਹੁੰਦਾ। ਦੇਸੀ ਘਿਓ ਤੋਂ ਘੱਟ ਤਾਂ ਗੱਲ ਨਹੀਂ ਹੋਣੀ ਹੈਗੀ। ਪੂਜਾ ਪਾਠ ਦੀ ਭੇਟਾ ਆਦਿਕ ਉਹ ਦੇ ਘੁੰਮਣ ਘੇਰੀ 'ਚ ਪਾ ਕੇ ਤੁਹਾਡੇ ਕੋਲ ਇੰਨੇ ਪੈਸੇ ਮੰਗਦੇ ਆ ਵੀ ਤੁਹਾਨੂੰ ਸ਼ਰਮ ਬਸ਼ਰਮੀ ਹੋ ਕੇ ਦੇਣੇ ਹੀ ਪੈ ਜਾਂਦੇ ਆ। ਬਾਰ-ਬਾਰ ਤੁਹਾਡੇ ਮ੍ਰਿਤਕ ਬਜ਼ੁਰਗ ਨੂੰ ਉਹ ਮੋਕਸ਼ ਜਿਹਨੂੰ ਕਹਿੰਦੇ ਨਾ, ਮੁਕਤੀ, ਜਨਮ ਮਰਨ ਤੋਂ ਰਹਿਤ, ਜਿਹਨੂੰ ਰੀਇਨਕਾਰਨੇਸ਼ਨ, ਉਹਦੇ ਦਾਅਵੇ ਕਰਨ ਲੱਗ ਪੈਂਦੇ ਵੀ ਅਸੀਂ ਸਾਡੇ ਹਵਨ ਕਰਨ ਨਾਲ ਜਾਂ ਸਾਡੇ ਪਾਠ ਕਰਨ ਨਾਲ ਨਾ ਉਹੋ ਜੀ ਸਵਰਗ ਵਿੱਚ ਵਿਸ਼ਰਾਮ ਕਰਨਗੇ। ਅੱਛਾ, ਜਿਹੜਾ ਵਿਸ਼ਰਾਮ ਲਫ਼ਜ਼ ਹੈ ਨਾ, ਇਹ ਪੰਜਾਬੀ 'ਚ ਵੀ ਗਈ ਜਾਂਦੇ, ਹਿੰਦੀ 'ਚ ਵੀ। ਭਾਵੇਂ ਬਾਬਾ ਸਾਰੀ ਉਮਰ ਕੋਈ ਭੈੜੇ ਕੰਮ ਕਰ ਗਿਆ ਹੋਵੇ, ਪਾਪ ਕਰਕੇ ਗਿਆ ਹੋਵੇ, ਪਰ ਉਹਨਾਂ ਦੀ ਜਿਹੜੀ ਹਵਨ ਕਰਨ ਨਾਲ ਜਾਂ ਪਾਠ ਕਰਨ ਨਾਲ ਉਹਨੂੰ ਪਤਾ ਨਹੀਂ ਕਿੱਦਾਂ ਸਵਰਗ ਦੀ ਐਂਟਰੀ ਮਿਲ ਜੂਗੀ। ਅੱਛਾ, ਹੁਣ ਇਹ ਵੀ ਇਹ ਪੈਸਾ ਐਂਠਣ ਵਾਲੇ ਲੋਕ ਪੁਜਾਰੀ ਹੈ ਔਰ ਗਿਆਨੀ ਹੈ, ਢੀਠ ਹੋ ਕੇ ਸਿੱਧੇ ਤੌਰ ਤੇ ਪੈਸੇ ਮੰਗਦੇ, ਇਹ ਲਿਪ ਲੁਪ ਨਹੀਂ ਕਰਦੇ ਜੀ ਐ ਹੋ ਜੂਗਾ ਤਾਂ ਉਹ ਹੋ ਜੂਗਾ ਨਾ, ਤੁਹਾਨੂੰ ਮੂਰਖ ਵੀ ਬਣਾਉਂਦੇ ਆ। ਔਰ ਤੁਹਾਡੇ ਕੋਲੋਂ ਪੈਸੇ ਵੀ ਉਹ ਤੁਹਾਨੂੰ ਗੋਲ ਚੱਕਰ 'ਚ ਪਾ ਕੇ ਉਹ ਕਰਦੇ ਆ। स्वर्ग में भेजने की व्यवस्था की जाती है, वो ये कहते हैं। हाँ जी। मेरे पिता जी का देहांत हो गया तो मैं जी भज्या गया हालों बेहाल हो के ते उन्होंने बॉडी एक रात रखी, ਉਹਦੇ ਵਿੱਚ अगले दोपहर ते शाम ਵੇਲੇ ਜਿਹੜੇ ਸਾਨੂੰ ਕਹਿੰਦੇ ਜੀ ਚਲੋ ਚਲੀਏ। ਮੇਰਾ ਭਰਾ ਉੱਥੇ ਸਭ ਕੁਝ ਮੋਹਰੇ ਕਰਦਾ ਸੀ, ਵੱਡਾ ਮੈਂ ਹੋਣ ਕਰਕੇ ਸਾਰੇ ਜਿਹੜੇ ਕਰਮਕਾਂਡ ਸੀ ਮੇਰੇ ਹੱਥੋਂ ਕਰਾਉਂਦਾ ਸੀਗਾ। ਗਿਆਨੀ ਜੀ ਨੂੰ ਸੱਦਿਆ, ਅਰਦਾਸ ਕੀਤੀ ਤੇ ਮੈਂ ਅੱਖਾਂ ਦੇ ਵਿੱਚ ਭਰਿਆ ਹੋਇਆ, ਮਨ ਮੇਰੇ ਕੋਲ ਬੋਲ ਨਾ ਹੋਵੇ, ਭਰਾ ਮੇਰੇ ਨੇ 50 ਰੁਪਏ ਦਾ ਨੋਟ ਮੈਨੂੰ ਫੜਾਤਾ। ਅੱਛਾ। ਮੈਂ ਕਿਹਾ ਵੀ ਇਹ ਕੀ ਕਰੀ ਜਾਂਦਾ। ਅੱਛਾ, ਬੋਡੀ ਉਹ ਜ਼ਮੀਨ ਤੇ ਰੱਖੀ ਹੋਈ ਆ, ਉਹ ਤੇ ਤਰ੍ਹਾਂ ਤਰ੍ਹਾਂ ਦੇ ਕੋਈ ਲੋਈਆਂ ਲੈ ਕੇ ਆਉਂਦਾ, ਕੋਈ ਚਾਦਰਾਂ ਲੈ ਕੇ ਆਉਂਦਾ, ਉਹ ਮੇਰੇ ਬਾਪੂ ਨੂੰ ਹੀ ਮੱਥਾ ਟੇਕੀ ਜਾਂਦੇ ਲੋਕ। ਮੈਂ ਆਪਣੇ ਬਾਪੂ ਨੂੰ ਮੱਥਾ ਟੇਕ, ਕਹਿੰਦਾ ਨਹੀਂ ਨਹੀਂ ਗਿਆਨੀ ਦੇ ਖੀਸੇ 'ਚ ਪਾ ਦੇ, ਕਹਿੰਦਾ ਇਹ। ਅੱਛਾ। ਗਿਆਨੀ ਅਰਦਾਸ ਕਰਦਾ ਸੀਗਾ। ਇਹ ਮੈਂ ਪਹਿਲੀ ਵਾਰ ਦੇਖਿਆ ਵੀ ਗਿਆਨੀ ਦੇ ਖੀਸੇ 'ਚ ਹੁਣੇ ਹੀ ਪੈਸੇ ਪਾਉਣੇ ਆ। ਚਲੋ ਜੀ, ਮੈਨੂੰ ਜੀ ਉੱਥੇ ਲੈ ਗਏ ਤੇ ਬਾਪੂ ਜੀ ਨੇ ਉੱਥੇ ਥੜੇ ਜਿਹੇ ਤੇ ਰੱਖ ਦਿੱਤਾ ਜਾ ਕੇ, ਤੇ ਮੈਨੂੰ ਕਹਿੰਦੇ ਜੀ ਆਹ ਲੈ ਫੜ ਘੜਾ, ਇਹਦੇ ਵਿੱਚੋਂ ਪਾਣੀ ਡੋਲਦਾ ਇਹ ਬਾਪੂ ਦੇ ਆਲੇ ਦੁਆਲੇ ਗੇੜਾ ਕੱਢ। ਮੈਂ ਕਿਹਾ ਵੀ ਇਹਦਾ ਮੈਨੂੰ ਕੀ ਫਾਇਦਾ, ਮੇਰੇ ਬਾਪ ਨੂੰ ਕੀ ਫਾਇਦਾ ਹੋਊਗਾ ਇਹਦਾ? ਉਹ ਜਿਹੜਾ ਮੈਂ ਪਾਣੀ ਡੋਲੀ ਜਾਂਦਾ ਉੱਥੇ ਲੋਕੀ ਤੁਰਨਗੇ, ਕੋਈ ਤਿਲਕ ਜਾਊਗਾ ਜਾਂ ਕੁਛ ਹੋਰ ਹੋਊਗਾ। ਅੱਛਾ, ਆਖਰ ਤੇ ਕਹਿੰਦੇ ਜੀ ਤੂੰ ਜਿਸ ਚੱਕਰ ਪੂਰਾ ਹੋ ਗਿਆ ਤੇ ਘੜਾ ਪਿੱਛੇ ਨੂੰ ਉਲਟਾ ਕੇ ਸੁੱਟਣਾ ਤੇ ਉਹ ਟੁੱਟ ਜਾਊਗਾ। ਅੱਛਾ। ਵੀ ਇਹ ਘੜੇ ਟੁੱਟਣ ਦਾ, ਜੇ ਘੜਾ ਤੁਸੀਂ ਕਿਸੇ ਨੂੰ ਦਾਨ ਕਰ ਦਿਓਗੇ, ਉਹ ਗਰੀਬ ਆਦਮੀ ਪਾਣੀ ਪੀਊਗਾ ਠੰਡਾ ਹੋ ਜਾ ਕੇ, ਤੋੜਨ ਦਾ ਕੀ ਮਤਲਬ ਹੈ? ਲਓ ਜੀ, ਹੁਣ ਕਹਿੰਦੇ ਜੀ ਅਸੀਂ ਹਰਿਦੁਆਰ ਜਾਣਾ। ਮੈਂ ਕਿਹਾ ਵੀ ਅਸੀਂ ਹਰਿਦੁਆਰ ਕਿਉਂ ਜਾਣਾ? ਮੇਰਾ ਭਰਾ ਕਹਿੰਦਾ ਤੂੰ ਤਾਂ ਸਾਰੀ ਉਮਰ ਬਾਹਰ ਰਿਹਾ, ਸਾਡੇ ਬਜ਼ੁਰਗ ਨੇ ਕਿਹਾ ਵੀ ਅਸੀਂ ਤਾਂ ਹਰਿਦੁਆਰ ਜਾਂਦੇ ਹੁੰਦੇ ਹਾਂ। ਮੈਨੂੰ ਤਾਂ ਕੀਰਤਪੁਰ ਸਾਹਿਬ ਦਾ ਪਤਾ। ਉਹ ਕਹਿੰਦਾ ਨਹੀਂ ਹਰਿਦੁਆਰ ਹੀ ਜਾਣਾ, ਪਿਤਾ ਜੀ ਦੀ ਇੱਛਾ। ਚਲੋ ਭਾਈ, ਟੈਕਸੀ ਕੀਤੀ, ਅਸੀਂ ਹਰਿਦੁਆਰ ਜਾ ਪਹੁੰਚੇ।
ਉੱਥੇ ਪਾਂਡਿਆਂ ਨੇ ਜਿਹੜੇ ਪ੍ਰੋਹਤਾਂ ਨੇ ਮੈਨੂੰ ਉਹ ਚੱਕਰ 'ਚ ਪਾਇਆ ਜੀ, ਇੱਥੇ ਆਹ ਕਰ ਲਓ ਜੀ, ਗਾਏ ਦਾਨ का। मैं भी गाय मैं तो गा लेके नहीं आया। कहते नहीं सरदार जी, गाय दान का संकल्प करते हैं। अच्छा, मैं कि वो की हुंदा? कहता इत्थे पैसे फड़ा दे, कहता ਅਸੀਂ ਅਰਦਾਸ ਕਰ ਦੇਵਾਂਗੇ ਜੀ, ਇਹ ਪ੍ਰਾਰਥਨਾ ਕਰਾਂਗੇ ਵੀ गाय दान होगी। 250 ਸਾਲ ਪੁਰਾਣਾ ਉਹਨਾਂ ਨੇ ਸਾਡਾ ਇਤਿਹਾਸ ਕੱਢ ਲਿਆਂਦਾ, ਬਹੁਤ ਬੜੀ ਸਾਰੀ ਬਹੀ ਜੀ ਕੱਢ ਕੇ। ਤੇ ਮੇਰੇ ਪਿਤਾ ਜੀ ਤੋਂ ਦਾਦਾ ਪੜਦਾਦੇ ਉਹਨਾਂ ਸਾਰਿਆਂ ਦੇ ਪਿੰਡਾਂ ਦੇ ਨਾਂ ਫੈਮਿਲੀ ਟਰੀ ਐਂ ਗਿਣ ਦਿੱਤਾ। ਤੇ ਕਹਿੰਦੇ आपको ये सब याद है? मैं कहा भी भाई मैंने तो दादे तो अगे कुछ भी नहीं पता, हम आपको पढ़ के सुनाएंगे। उधरों मेरा जान का टाइम होया, उधरों सिर खाई जान। मैं उन भरा नूं पुछया भी, कहंदा इन्हां नूं फीस दे ते चलो चलीए इत्थों। ते मैं जेब च हथ पाया, उन्होंने ने जी सीधा ही पता नहीं कितना मंगया मेरे को। इंग्लैंड तो गए इन्नी तकलीफ तो नहीं हुंदी, पर उन्होंने नहीं पता मैं इंग्लैंड तो आया। वो कहते जी आपके बच्चों के नाम भी लिखवा दो। मैं कहा भी मेरे बच्चों ने इत्थे नहीं आना हैगा। कहते क्यों? मैं कहा वो तो इंग्लैंड में रहते हैं, उन्होंने वो कहते वो पहला दस्या हुंदा तो ज्यादा मंगने सीगे। लो जी हुण वो कहते जी आपके पिताजी को ये जो जैसे असीं वो अस्थियां गंगा च पाइयां, वो कहते जी पिता जी यहाँ विश्राम करो। मैं कहा नाले तो तुसीं कही जांदे हो भी वो मेरा प्यो स्वर्ग चला गया, भी हुण इत्थे किद्दां विश्राम करूगा? ओहदी स्वाह इहदे च पानी च जाके काहदी विश्राम करूगी? मेरा भरा कहंदा इन्हां लड़ी दा नहीं हुंदा, तूं चुप करके चल। मतलब कहण दा इह है भी अगर तुसीं सवाल करदे हो ना तो तुहानूं कहंदे कि तूं धर्म दा और साडा अपमान कर रहा। जे जवाब ना आवे, लो मैं हुण ज्यादा समान लूंगा। मेरे कहण दा मतलब भी मैं की सोचा भी मेरी गति किद्दां होऊगी? मैं मेरे न्याणिਆਂ ने नहीं लैके जाना, ना कीरतपुर साहब जाना ते ना ਉਹਨਾਂ ने जाना हैगा की कहंदे हुंदे हरिद्वार। ਉਹ ਤਾਂ ਇੱਥੇ ਜਿਹੜੀ ਸਾਡੀ ਨਦੀ ਵਗਦੀ ਹੈ ਜਿਹੜੀ ਰਿਵਰ ਕਲਾਈਡ, ਉੱਥੇ ਤੱਕ ਨਹੀਂ ਜਾਣਗੇ। ਤੇ ਮੈਨੂੰ ਤਾਂ ਇਹ ਕਹਿਣਾ ਪੈਣਾ ਭਾਈ ਇੱਥੇ ਟੂਆ ਪੱਟ ਕੇ ਨਾ ਇਹਦੇ ਚ ਮੇਰਾ ਉਹਦੇ ਚ ਜਿਹੜੀ ਉਹ ਮੇਰੀ ਸੁਆਹ ਹੈਗੀ ਸੱਟ ਕੇ ਉੱਤੇ ਕੋਈ ਅਮਰੂਦ ਦਾ ਬੂਟਾ ਲਾ ਦਿਓ, ਹੋਰ ਕੁਝ ਨਹੀਂ ਕਰਨਾ ਹੈਗਾ। ਯਾਨੀ ਕਿ ਜੇ ਤੁਸੀਂ ਦੇਖੋ ਨਾ ਵੀ ਸਿੱਖੀਜ਼ਮ ਦੇ ਵਿੱਚ ਵੀ ਕੋਈ ਇੰਨਾ ਚੰਗਾ ਨਹੀਂ ਹੈਗਾ। ਜਿਹੜੇ ਲੋਕ ਉੱਥੇ ਇੱਕ ਦੂਜੇ ਨੂੰ ਪੁੱਛਦੇ ਆ ਵੀ ਭਾਈ ਕੀ ਦੇਣਾ ਹੁੰਦਾ, ਜਿਹੜੇ ਦੱਸਣ ਵਾਲੇ ਹੁੰਦੇ ਆ ਪਰ ਗਿਆਨੀ ਨਹੀਂ ਵੀ ਹੁੰਦੇ, ਨਾਲ ਦੇ ਗੁਆਂਢੀ ਉਹ ਦੱਸਦੇ ਜੀ ਇੱਕ ਜੋੜਾ ਕੱਪੜਿਆਂ ਦਾ ਦਿਓ ਜੀ, ਇੱਕ ਪੱਗ ਦਿਓ ਜੀ, ਇੱਕ ਬਿਸਟਾ ਦਿਓ ਜੀ, ਇੱਕ ਚੱਪਲੀਆਂ ਦਾ ਜੋੜਾ ਵੀ ਦਿਓ ਜੀ। ਉਹ ਬੰਦਾ ਵਿਚਾਰਾ ਦਰਵਾਜ਼ੇ ਦੇ ਬਾਹਰ ਖੜਾ ਕਹਿੰਦਾ ਵੀ ਗੁਰਦੁਆਰੇ ਤੇ ਚੱਪਲੀਆਂ ਲਿਜਾਈਦੀਆਂ ਨਹੀਂ, ਜੇ ਤੁਸੀਂ ਕਹਿੰਦੇ ਹੋ ਬਾਬਾ ਜੀ ਦੇ ਮੂਹਰੇ ਰੱਖ ਕੇ ਮੱਥਾ ਟੇਕਣਾ ਵੀ ਚੱਪਲੀਆਂ ਮਾਰ ਰਹਿਣ ਦੇਣਾ, ਉਹ ਜਵਾਬ ਉਹਨਾਂ ਕੋਈ ਵੀ ਨਾ ਆਵੇ। ਯਾਨੀ ਕਿ ਕਰਮ ਕਾਂਡ ਦਾ ਇਹੋ ਜਿਹਾ ਇਹਨਾਂ ਨੇ ਮਿਲਗੋਬਾ ਖੋਲਿਆ ਹੋਇਆ ਜਿਹਦੇ ਨਾਲ ਬੰਦੇ ਦੀ ਮੱਤ ਮਾਰ ਦਿੰਦੀ ਹੈ। ਇੱਕ ਤਾਂ ਉਹਦੇ ਪਿਓ ਦੀ ਡੈਥ ਹੋ ਗਈ, ਔਰ ਫਿਰ ਵੀ ਉਹਨੂੰ ਇਹੋ ਜਿਹੇ ਗੇੜਿਆਂ 'ਚ ਪਾਉਂਦੇ, ਆਹ ਕਰ ਕੋਈ ਆਹ ਕਰ ਕੋਈ ਆ, ਉਹਦੀ ਮੱਤ ਮਾਰ ਦਿੰਦੇ। ਇੱਕ ਬੰਦਾ ਇੱਧਰ ਨੂੰ ਖਿੱਚਦਾ, ਦੂਜਾ ਉੱਧਰ ਨੂੰ ਖਿੱਚਦਾ। ਲਓ ਜੀ, ਵੈਸੇ ਮੈਂ ਇਹ ਦੇਖਿਆ ਜਿਵੇਂ ਭਾਈ ਸਾਹਿਬ ਨੇ ਹੁਣੇ ਕਿਹਾ ਪ੍ਰੋਹਤ ਜਿਹੜਾ ਜ਼ਿਆਦਾ ਤੰਗ ਕਰਦੇ ਆ, ਗਿਆਨੀ ਨਹੀਂ ਤੰਗ ਕਰਦੇ ਲੇਕਿਨ ਗੁਆਂਢੀ ਕਰ ਦਿੰਦੇ ਆ। ਪਰ ਗੁਰਦੁਆਰਿਆਂ ਦੇ ਵਿੱਚ ਵੀ ਇਹ ਜੀ ਹੁਣ ਤੁਸੀਂ ਜਾਓ ਜੀ, ਮੇਰੇ ਵਰਗੇ ਬੰਦੇ ਨੂੰ ਕਹਿੰਦੇ ਜੀ ਅਖੰਡ ਪਾਠ ਕਰਾਉਣਾ ਤਾਂ 1200 ਪਾਉਣ ਲੱਗਣਾ, ਜੇ ਸੁਖਮਨੀ ਸਾਹਿਬ ਦਾ ਪਾਠ ਕਰਾਉਣਾ ਤਾਂ 600 ਲੱਗਣਾ। ਉਹ ਕਹਿੰਦਾ ਹੈ ਪਹਿਲਾਂ ਤਾਂ ਫਿਊਨਰਲ ਵਾਲਿਆਂ ਨੇ 4-5 ਹਜ਼ਾਰ ਲੈ ਲਿਆ, ਹੁਣ ਤੁਸੀਂ ਕਹਿੰਦੇ ਵੀ ਇੱਥੇ ਵੀ। ਉਹ ਕਹਿੰਦੇ ਜੀ ਇਹ ਤਾਂ ਬਣਿਆ ਹੋਇਆ ਫੀਸ ਗੁਰਦੁਆਰੇ 'ਚ ਇੰਨੀ ਹੋਣੀ ਹੈ। ਗੁਰਦੁਆਰੇ 'ਚ ਲਿਸਟਾਂ ਨਹੀਂ ਮਿਲਦੀਆਂ, ਲੇਕਿਨ ਉਹ ਕਹਿੰਦੇ ਸਾਡਾ ਬਿਜਲੀ ਗੈਸ ਦਾ ਖਰਚ ਕਿੱਥੋਂ ਚੱਲੂਗਾ? ਤੇ 3 ਦਿਨ ਜਿਹੜਾ ਪਾਠ ਹੋਣਾ, ਜਿਹੜਾ ਗਿਆਨੀਆਂ ਨੂੰ ਉਹ ਦੇਣੇ, ਆਹ ਕਰਨਾ ਉਹ ਕਰਨਾ, ਉਹ ਤੁਹਾਡੀ ਜੇਬ 'ਚ ਜਾਣੇ ਆ। ਪਰ ਮਤਲਬ ਕਿ ਗਰੀਬ ਆਦਮੀ ਨੂੰ ਇੱਕ ਪਾਸੇ ਤਾਂ ਉਹਦੀ ਗਮ ਦੀ ਹਾਲਤ ਹੈ ਵੀ ਉਹਦਾ ਬਜ਼ੁਰਗ ਚਲਾ ਗਿਆ, ਦੂਸਰੇ ਪਾਸੇ ਉਹਦੇ ਪੈਸੇ ਲੱਗਦੇ ਆ, ਫਿਰ ਉਹਦੀ ਮੱਤ ਮਾਰੀ ਜਾਂਦੀ ਹੈ। ਤਾਂ ਫਿਰ ਹੁਣ ਮੈਂ ਇਹ ਗੱਲ ਕਹਿ ਕੇ ਖਤਮ ਕਰੂੰਗਾ ਵੀ ਏਦਾਂ ਕਿਤੇ ਹਵਨ ਰੱਖਿਆ ਹੋਇਆ ਸੀਗਾ ਤੇ ਹਵਨ ਦੇ ਵਿੱਚ ਕਪਾਹ ਰੱਖੀ ਹੋਈ ਸੀਗੀ। ਉਹ ਜਿਹੜਾ ਪੁਜਾਰੀ ਸੀਗਾ ਪ੍ਰੋਹਤ, ਉਹਨੇ ਦੇਖਿਆ ਵੀ ਇੱਕ ਹੋਰ ਪ੍ਰੋਹਤ ਕਿਤੇ ਗੈਸਟ ਦੇ ਨਾਲ ਤੁਰਿਆ ਆਉਂਦਾ। ਉਹ ਜਿਹੜਾ ਹੋਰ ਪ੍ਰੋਹਤ ਸੀਗਾ ਨਾ, ਉਹ ਕਹਿੰਦਾ ਇੱਕ ਕੰਮ ਮੈਨੇ ਯਹਾਂ ਪਰ ਨਇਆ ਦੇਖਾ ਬੇਦੀ ਅੰਦਰ ਕਪਾਹ। ਅੱਛਾ। ਉਹ ਜਿਹੜਾ ਹੋਸਟ ਪ੍ਰੀਸਟ ਸੀਗਾ ਉਹ ਕਹਿੰਦਾ ਚੁੱਪਮ ਗੁੜਪਮ ਅੱਦਮ ਅੱਦਮ ਸਵਾਹਾ। ਉਹਨੂੰ ਰਜਾਈ ਵਾਸਤੇ ਚਾਹੀਦੀ ਸੀ ਰੂਹ, ਉਹਨੇ ਕਿਹਾ ਜੀ ਇੱਕ ਬੋਰੀ ਰੂਹ ਦੀ ਲੈ ਕੇ ਆਓ, ਦੱਸੋ ਵੀ ਉਹਦਾ ਹਵਨ ਦੇ ਨਾਲ ਕੀ ਸੰਬੰਧ ਹੈ। ਯਾਨੀ ਕਿ ਪਤਾ ਨਹੀਂ ਕਦੋਂ ਜਾਗਰਤੀ ਆਊਗੀ, ਪਰ ਜਿਹੜੇ ਸਾਡੇ ਵਰਗੇ ਤੁਹਾਡੇ ਵਰਗੇ ਬੰਦੇ ਇਹਨਾਂ ਨੇ ਜਾਗਰਤੀ ਸਾਡੀ ਔਲਾਦ ਨੇ ਲਿਆ ਦੇਣੀ ਆ। ਉਹਨਾਂ ਨੇ ਕਿਸੇ ਨੇ ਹਰਿਦੁਆਰ ਨਹੀਂ ਜਾਣਾ, ਕਿਸੇ ਨੇ ਕੀਰਤਪੁਰ ਨਹੀਂ ਜਾਣਾ, ਵੱਧ ਤੋਂ ਵੱਧ ਇੱਥੇ ਰਿਵਰ ਕਲਾਈਡ 'ਚ ਤੁਹਾਡੇ ਉੱਥੇ ਟੀਮਸ ਹੋਣੀ ਆ, ਉਹਦੇ ਸਿੱਟੇ ਆਉਣਗੇ ਜਾ ਕੇ। ਸਤਿ ਸ੍ਰੀ ਅਕਾਲ ਹੋ ਗਿਆ। ਥੈਂਕ ਯੂ ਵੈਰੀ ਮਚ ਜੀ। ਬਹੁਤ ਬਹੁਤ ਮਿਹਰਬਾਨੀ ਮੇਰੇ ਵੀਰ। ਇਹ ਤਾਂ ਸੀ ਜੀ ਜਗਦੀਸ਼ ਸਿੰਘ ਹੋਣੀ ਗਲਾਸਗੋ ਤੋਂ ਸਕਾਟਲੈਂਡ, ਜਿਨ੍ਹਾਂ ਨੇ ਫੋਨ ਕੀਤਾ। ਤੁਹਾਡੇ ਕੀ ਵਿਚਾਰ ਹੈਗੇ ਆ, ਤੁਸੀਂ ਇਸ ਸਾਰੇ ਮਸਲੇ ਬਾਰੇ ਕੀ ਗੱਲ ਕਰਨੀ ਚਾਹੁੰਦੇ ਆ? ਬਹੁਤ ਸਾਰੇ ਯਾਨੀ ਕਿ ਲੋਕ ਅੱਜ ਕੱਲ੍ਹ ਆਪਣੀ ਬੋਡੀ ਵੀ ਦਾਨ ਦੇ ਰਹੇ ਹੈਗੇ ਆ। ਉਹ ਕਹਿੰਦੇ ਲੈ ਵੀ
ਇਹਨੂੰ ਮੈਡੀਕਲ ਪ੍ਰੋਫੈਸ਼ਨ ਦੇ ਜਾਣੀ ਕਿ ਸਪੋਰਟ ਕਰ ਦਿਓ ਤਾਂ ਕਿ ਉਹਨਾਂ ਦੇ ਕੰਮ ਇਹ ਆ ਸਕੇ ਜਿਹੜੇ ਮੈਡੀਕਲ ਸਟੂਡੈਂਟਸ ਹੈਗੇ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਜੀ, ਮੈਂ ਮੁਹੰਮਦ ਬੋਲ ਰਿਹਾ। ਹਾਂਜੀ ਮੁਹੰਮਦ ਸਾਹਿਬ, ਤੁਸੀਂ ਕੀ ਕਹਿਣਾ ਚਾਹੁੰਦੇ ਇਸ ਸਾਰੇ ਮਸਲੇ ਬਾਰੇ? ਇਹ ਤੁਹਾਡਾ ਮਸਲਾ ਬੜਾ ਕੰਪਲਿਕੇਟਿਡ ਹੈ। ਧਰਮ ਦਾ, ਹਰ ਇੱਕ ਧਰਮ ਦਾ ਮਤਲਬ ਮੁਖਤਲਿਫ ਨੁਕਤਾ ਨਜ਼ਰ ਹੁੰਦਾ ਹੈ। ਹੁਣ ਇਸਲਾਮ 'ਚ ਕਹਿੰਦੇ ਨੇ ਕਿ ਆਦਮੀ ਫੌਤ ਹੁੰਦਾ ਹੈ ਤਾਂ ਉਹਦੀ ਰੂਹ ਹਮੇਸ਼ਾ ਜ਼ਿੰਦਾ ਰਹਿੰਦੀ ਹੈ। ਅੱਛਾ। ਹੁਣ ਕੱਲ ਫਾਦਰਸ ਡੇ ਸੀ ਤੇ ਮੈਨੂੰ ਆਪਣੇ ਵਾਲਦ ਦਾ ਬੜਾ ਯਾਦ ਆਇਆ। ਉਹ ਜਦੋਂ ਬਿਮਾਰ ਸਨ ਤੇ ਉਹਨਾਂ ਨੇ ਕੁਝ ਦਿਨ ਪਹਿਲੇ ਕਹਿਤਾ ਕਿ ਅਗਰ ਮੈਂ ਫੌਤ ਹੋ ਗਿਆ ਤੇ ਉਹਨਾਂ ਨੇ ਮੇਰਾ ਨਾਲ ਲੈ ਕੇ ਦੱਸਿਆ ਕਿ ਉਹਨੂੰ ਨਾ ਦੱਸਣਾ ਵੀ ਪਰੇਸ਼ਾਨ ਹੋਏਗਾ, ਡੋਂਟ ਟੈਲ ਹਿਮ। ਔਰ ਉਹਨਾਂ ਦੀ ਵਫਾਤ ਦੀ ਮੈਨੂੰ 10 ਦਿਨ ਦੇ ਬਾਅਦ ਖਬਰ ਮਿਲੀ। ਤੇ ਹੁਣ ਵੀ ਮੈਂ ਜਦੋਂ ਪਾਕਿਸਤਾਨ ਜਾਣਾ ਤੇ ਸਭ ਤੋਂ ਪਹਿਲੇ ਉਹਨਾਂ ਦੇ ਕਬਰ ਤੇ ਜਾ ਕੇ ਫਾਤੇ ਪੜ੍ਹਨਾ, ਮਤਲਬ ਠੀਕ ਹੈ। ਤੇ ਉਹ ਆਪ ਫੌਜੀ ਸਨ, ਹੀ ਵਾਜ਼ ਇਨ ਦੀ ਆਰਮੀ। ਤੇ ਲੇਕਿਨ ਉਹਨਾਂ ਦੀ ਬੜੀ ਖੁਆਇਸ਼ ਸੀ ਕਿ ਉਹਨਾਂ ਦਾ ਇੱਕ ਕੋਈ ਔਲਾਦ ਫੌਜ ਵਿੱਚ ਜਾਏ, ਲੇਕਿਨ ਉਹਨਾਂ ਦੀ ਖੁਆਇਸ਼ ਪੂਰੀ ਨਹੀਂ ਹੋਈ। ਲੇਕਿਨ ਇਹ ਵੇ ਕਿ ਅਜੇ ਵੀ ਉਹ ਮਤਲਬ ਹਰ ਵਕਤ ਸਾਡੇ ਜ਼ਿਹਨ 'ਚ ਨੇ। ਤੇ ਇੱਕ ਹੋਰ ਮੈਂ ਗੱਲ ਕਰਨਾ ਚਾਹੁੰਦਾ ਕਿ ਹੁਣ ਤੁਸੀਂ ਦੇਖੋ, ਕੋਈ ਪਤਾ ਨਹੀਂ, ਮੈਂ ਆਊਟ ਆਫ ਦੀ ਟੌਪਿਕ ਨਹੀਂ ਗੱਲ ਕਰ ਰਿਹਾ ਹੈ। ਹੁਣ ਦੇਖੋ ਮੁਹੰਮਦ ਅਲੀ ਜਿਨਾਹ, ਜਿਹੜਾ ਪਾਕਿਸਤਾਨ ਦਾ ਫਾਊਂਡਰ ਹੈ, ਉਹਦਾ ਮਜ਼ਾਰ ਹੈ ਕਰਾਚੀ 'ਚ। ਉਹ ਜਦੋਂ ਫੌਤ ਹੋਇਆ 6 ਘੰਟੇ ਉਹਦੀ ਐਂਬੂਲੈਂਸ ਖਰਾਬ ਰਹੀ ਔਰ 6 ਘੰਟੇ ਉਹਦੀ ਡੈਡ ਬੋਡੀ ਐਂਬੂਲੈਂਸ ਵਿੱਚ ਰਹੀ। ਲੇਕਿਨ ਉਹ ਮਤਲਬ ਇਹ ਪਾਕਿਸਤਾਨ 'ਚ ਹੁਣ ਪਤਾ ਨਹੀਂ ਲੱਗਦਾ ਕਿ ਕਿਹੜੇ ਧਰਮ ਦਾ ਕੀ ਹੈਗਾ, ਅਸੂਲ ਹੈਗਾ। ਹੁਣ ਈਸਾਈ ਕਹਿੰਦੇ ਨੇ ਕਿ ਜੀ ਹਜ਼ਰਤ ਈਸਾ ਜਿਹੜੇ ਨੇ ਉਹ ਜ਼ਿੰਦਾ ਉਠਾ ਲਏ ਗਏ ਸਨ ਤੇ ਸਟਿਲ ਇਨ ਦੀ ਹੈਵਨ, ਸੇਫ ਇਨ ਦੀ ਹੈਵਨ। ਮੈਂ ਕ੍ਰਿਸਚਨਾਂ ਨਾਲ ਗੱਲ ਵੀ ਕੀਤੀ ਹੈ, ਉਹ ਕਹਿੰਦੇ ਨੇ ਕਿ ਅਜੇ ਤੱਕ ਉਹ ਮਤਲਬ ਉਹਦਾ ਕੀ ਪ੍ਰੂਫ ਹੈ। ਜਾਂ ਇਸਲਾਮ ਵਿੱਚ ਹੀ ਕਹਿੰਦੇ ਨੇ ਕਿ ਤੁਹਾਡੇ ਮਤਲਬ ਤੁਸੀਂ ਜਦੋਂ ਫੌਤ ਹੋ ਗਏ ਤਾਂ ਜਵਾਬ ਸਵਾਬ ਹੋਏਗਾ। ਲੇਕਿਨ ਇਹ ਬੜਾ ਕੰਟਰੋਵਰਸ਼ੀਅਲ ਫਿਗਰ ਹੈ, ਟੌਪਿਕ ਹੈ ਸਰ। ਮੈਂ ਕਿਉਂਕਿ ਰਿਲੀਜੀਅਸ ਸਕਾਲਰ ਨਹੀਂ ਹੈਗਾ ਤੇ ਜ਼ਿਆਦਾ ਮੈਂ ਇਸ ਟੌਪਿਕ ਤੇ ਗੱਲ ਨਹੀਂ ਕਰ ਸਕਦਾ। ਥੈਂਕ ਯੂ ਜੀ, ਥੈਂਕ ਯੂ ਮੁਹੰਮਦ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਗੱਲ ਅਸੀਂ ਇਹ ਕਰ ਰਹੇ ਹੈਗੇ ਨੇ ਵੀ ਦੇਖੋ ਮਰਨਾ ਹਰ ਇੱਕ ਨਹੀਂ ਹੈਗਾ ਜਿਹੜਾ ਜੰਮਿਆ, ਪਰ ਉਹਦੀ ਸਾਡੇ ਯਾਨੀ ਕਿ ਜਦੋਂ ਫਿਊਨਰਲ ਯਾਨੀ ਕਿ ਹੁੰਦਾ ਹੈਗਾ ਉਹਦੇ 'ਤੇ ਜੋ ਆਪਣੇ ਧਰਮਾਂ ਵਿੱਚ ਜਿਹੜੀ ਲੁੱਟ ਹੁੰਦੀ ਹੈ ਉਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ। ਦੇਖੋ ਕਰਮ ਕਾਂਡ ਜਿਹੜੇ ਹੈਗੇ ਕਿੰਨੇ ਕੁ ਸਾਰਥਕ ਹੈ। ਇਸ ਤਰ੍ਹਾਂ ਮੈਂ ਗੱਲ ਸੀ ਕਰ ਰਿਹਾ ਕਿ ਬਹੁਤ ਸਾਰੇ ਜਿਹੜੇ ਵਿਗਿਆਨਿਕ ਸੋਚ ਵਾਲੇ ਬੰਦੇ ਹੈਗੇ ਉਹ ਆਪਣੀ ਬੋਡੀ ਦੇ ਜਿਹੜੇ ਅੰਗ ਹੈਗੇ ਆ ਉਹ ਸਾਰੇ ਦਾਨ ਕਰਨੇ ਚਾਹੁੰਦੇ ਆ ਤਾਂ ਕਿ ਮੈਡੀਕਲ ਸਟੂਡੈਂਟਸ ਜਿਹੜੇ ਹੈਗੇ ਉਹ ਤੋਂ ਵੱਧ ਤੋਂ ਵੱਧ ਰਿਸਰਚ ਕਰ ਸਕਣ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਡਾਕਟਰ ਸਾਹਿਬ, ਨਮਸਕਾਰ। ਹਾਂ ਜੀ ਸੁਮਨ ਸਾਹਿਬ, ਤੁਸੀਂ ਕੀ ਕਹਿਣਾ ਚਾਹੁੰਦੇ ਇਸ ਬੜੇ ਕੰਟਰੋਵਰਸ਼ੀਅਲ ਇਸ਼ੂ ਬਾਰੇ? ਡਾਕਟਰ ਸਾਹਿਬ, ਵੈਸੇ ਤੇ ਚੌਹਾਨ ਸਾਹਿਬ ਨੇ ਔਰ ਜਗਦੀਸ਼ ਉਹਨਾਂ ਨੇ ਕਾਫੀ ਜੋ ਵੀ ਰਿਚੁਅਲ ਸਾਡੇ ਸਮਾਜ ਚੱਲਦੇ ਆ ਉਹਨਾਂ ਬਾਰੇ ਕਾਫੀ ਦੱਸ ਚੁੱਕੇ ਆ। ਹਾਂਜੀ ਹਾਂਜੀ, ਉਹ ਕਹਾਣੀਆਂ ਵੀ ਕਾਫੀ ਪਾ ਚੁੱਕੇ ਆ। ਮੈਂ ਉਹਨਾਂ ਨੂੰ ਰਿਪੀਟ ਨਹੀਂ ਕਰਨਾ ਚਾਹੁੰਦਾ। ਇਹ ਚੀਜ਼ਾਂ ਸਭ ਕੁਝ ਹੋ ਰਹੀਆਂ ਹੈਗੀਆਂ। ਬਦਕਿਸਮਤੀ ਆ ਕਿ ਸਦੀਆਂ ਤੋਂ ਇਸ ਪ੍ਰੋਤ ਸਮਾਜ ਨੇ, ਇਹ ਪੰਡਤ ਸਮਾਜ ਨੇ, ਬ੍ਰਾਹਮਣ ਸਮਾਜ ਨੇ ਸਾਡੇ ਗੱਲ ਵਿੱਚ ਮਰਨ ਤੋਂ ਬਾਅਦ ਵੀ ਮਤਲਬ ਇਹ ਰਿਚੁਅਲ ਪਾਤੇ। ਮਰਨ ਤੋਂ ਬਾਅਦ ਵੀ ਛੁਟਕਾਰਾ ਨਹੀਂ ਇਹਨਾਂ ਤੋਂ ਹੋ ਰਿਹਾ। ਇਟ ਇਜ਼ ਸੈਡ। ਅੱਜ ਦੇ ਵਕਤ ਦੇ ਬਾਅਦ ਸਾਨੂੰ ਇਹ ਤੋਂ ਉੱਠਣਾ ਚਾਹੀਦਾ। ਮੈਂ ਡਾਕਟਰ ਸਾਹਿਬ ਇਹੀ ਗੱਲ ਕਹਿਣਾ ਚਾਹੁੰਦਾ ਕਿ ਵੀ ਮਰਨ ਤੋਂ ਬਾਅਦ ਕੋਈ ਰੂਹ ਨਹੀਂ, ਕੋਈ ਚੀਜ਼ ਨਹੀਂ, ਇਨਸਾਨ ਮਰ ਗਿਆ, ਗੱਲ ਖਤਮ ਹੋਈ। ਇਹ ਕੋਈ ਬਹਿਸ਼ਤ 'ਚ ਨਹੀਂ ਕਿਸੇ ਨੇ ਭੇਜ ਦੇਣਾ ਤੁਹਾਨੂੰ, ਕਿਸੇ ਦੀ ਰੂਹ ਨੇ, ਕੁਛ ਨਹੀਂ ਹੈਗਾ। ਮੈਂ ਹਰ ਇੱਕ ਭਰਾ ਨੂੰ ਇਹੀ ਰਿਕੁਐਸਟ ਕਰਦਾ ਕਿ ਰੱਬ ਦੇ ਵਾਸਤੇ ਇਹਨਾਂ ਲੋਕਾਂ ਨੂੰ, ਇਹੋ ਜਿਹੀਆਂ ਗੱਲਾਂ ਨੂੰ ਬੰਦ ਕਰ ਦਿਓ। ਇਹ ਤੁਹਾਨੂੰ ਕਿਸੇ ਪਾਸੇ ਨਹੀਂ ਪਹੁੰਚਾ ਸਕਦੀਆਂ। ਦੁੱਖ ਦੀ ਗੱਲ ਡਾਕਟਰ ਸਾਹਿਬ ਇਹ ਆ ਕਿ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਸੇਧ ਦੇਣੀ ਆ, ਜਿਨ੍ਹਾਂ ਲੀਡਰਾਂ ਨੇ ਤੁਹਾਨੂੰ ਡਾਇਰੈਕਸ਼ਨ ਦੇਣੀ ਆ, ਜਦ ਉਹੀ ਗਲਤ ਰਸਤੇ ਪੈ ਚੁੱਕੇ ਹੋਣ ਤਾਂ ਤੁਸੀਂ ਉੱਥੇ ਕੀ ਕਰੋਗੇ? ਮੈਂ ਠੀਕ ਹੈ ਕਿ ਇਨਸਾਨ ਨੂੰ ਆਪਣਾ ਧਰਮ ਮੰਨਣਾ ਚਾਹੀਦਾ, ਇੱਜ਼ਤ ਕਰਨੀ ਚਾਹੀਦੀ ਆ, ਪਰ ਜਿਸ ਤਰੀਕੇ ਨਾਲ ਲੋਕਾਂ ਦਾ ਬ੍ਰੇਨ ਵਾਸ਼ ਕੀਤੇ ਜਾਏ ਆ ਧਰਮ ਦੇ ਚੱਕਰ ਵਿੱਚ, ਇਹ ਮੈਨੂੰ ਦੱਸਦਾ ਕਿ ਸਾਡੇ ਸਮਾਜ ਦੇ ਵਿੱਚ ਇਹ ਘੱਟੋ ਘੱਟ ਮਤਲਬ ਸਦੀਆਂ ਤੱਕ ਇਹ ਸਾਡੇ ਤੋਂ ਬਿਮਾਰੀ, ਇਹ ਸਾਡੇ ਤੋਂ ਕੈਂਸਰ ਨਹੀਂ ਦੂਰ ਹੋਣਾ। ਜਦ ਮੁਲਕ ਦੇ ਲੀਡਰ, ਦਿੱਲੀ ਦੇ ਵਿੱਚ ਪਾਰਲੀਮੈਂਟ ਖੋਲੀ ਗਈ, ਉੱਥੇ ਨੰਗੇ ਸਾਧ ਲਿਆ ਕੇ ਉਹਨਾਂ ਦੀ ਕੀ ਲੋੜ ਸੀ? ਉਹਨਾਂ ਦਾ ਕੀ ਸੰਬੰਧ ਆ ਉੱਥੇ? ਔਰ ਮੋਦੀ ਸਾਹਿਬ ਉਹਨਾਂ ਨੰਗੇ ਸਾਧਾਂ ਦੇ ਸਮੇਂ ਫਲੈਟ ਲੰਬਾ ਪੈ ਜਾਂਦਾ, ਜਦੋਂ ਮੰਦਰ ਜਾਂਦਾ ਫਲੈਟ ਲੰਬਾ ਪੈ ਜਾਂਦਾ। ਜਦ ਡਾਕਟਰ ਸਾਹਿਬ ਇੱਕ ਮੁਲਕ ਦਾ ਲੀਡਰ ਜਿਹਨੇ ਡਾਇਰੈਕਸ਼ਨ ਦੇਣੀ ਹੈ, ਜਿਹਨੂੰ ਪਤਾ ਕਿ ਘੱਟੋ ਘੱਟ 900 ਮਿਲੀਅਨ ਲੋਕ ਇਹੋ ਜਿਹੇ ਰਿਚੁਅਲ ਦੇ ਵਿੱਚ ਆਪਣਾ ਟਾਈਮ ਵੇਸਟ ਕਰ ਰਹੇ, ਮੈਂ ਕੋਈ ਅੱਛੀ ਡਾਇਰੈਕਸ਼ਨ ਦੇਵਾਂ, ਪਰ ਜਦ ਉਹੀ ਤੁਹਾਨੂੰ ਇਹੋ ਜਿਹੇ ਰਸਤੇ ਪਾ ਰਿਹਾ ਤੇ ਉਸ ਮੁਲਕ ਦਾ ਕੀ ਫਿਊਚਰ ਆ? ਕੋਈ ਹੈ ਕੋਈ ਫਿਊਚਰ? ਮੈਨੂੰ ਤਾਂ ਕੋਈ ਦਿਸਦਾ ਨਹੀਂਗਾ। ਹਾਂ,
ਕਿਉਂਕਿ ਲੀਡਰ ਜਿਹੜਾ ਹੈਗਾ ਉਹਨੂੰ ਪਤਾ ਕਿ ਇਹਨਾਂ ਲੋਕਾਂ ਨੂੰ ਸਭ ਕੁਝ ਪਤਾ ਕਿ ਇਹਨਾਂ ਦਾ ਇਹ ਪੰਡਤਾਂ ਦੀ ਰੋਟੀ ਬਣਦੀ ਆ, ਉਹ ਰੋਟੀ ਗਾਉਣੀ ਨਹੀਂ ਜਾਂਦੀ, ਉਹ ਵੋਟ ਉਹਨਾਂ ਦੇ ਡਿਪੈਂਡ ਕਰਦੀ ਆ, ਉਹਨੇ ਉਸ ਸਿਸਟਮ ਨੂੰ ਆਪਣੇ ਵੋਟਿੰਗ ਦੇ ਟਾਈਮ ਤੇ ਯੂਜ਼ ਕਰਨਾ। ਇਹ ਡਾਕਟਰ ਸਾਹਿਬ ਇਸ ਮੁਲਕ ਦਾ ਮੈਨੂੰ ਨਹੀਂ ਸਮਝ ਲੱਗਦੇ ਇਹ ਸਮਾਜ ਕਦ ਉੱਠੇਗਾ। ਪਰ ਮੈਂ ਇਹ ਗੱਲ ਜ਼ਰੂਰ ਦੇਖਦਾ ਕਿ ਜਿਹੜਾ ਸਾਡਾ ਪੰਜਾਬੀ ਸਮਾਜ ਆ, ਸਿੱਖ ਪੰਜਾਬ ਜਾਂ ਅਸੀਂ ਸਾਰੇ ਉਸੇ ਗੁਰਬਾਣੀ ਨੂੰ ਮੰਨਦੇ ਆ, ਸਾਡੇ 'ਚ ਸੁਧਾਰ ਜ਼ਰੂਰ ਆ ਚੁੱਕਾ ਹੈਗਾ। ਮੈਂ ਜ਼ਰੂਰ ਦੇਖਦਾ ਕਿ ਸਾਡੇ ਵਿੱਚ ਪੰਜਾਬੀਆਂ ਵਿੱਚ ਬਹੁਤ ਸਾਰੀਆਂ ਗੱਲਾਂ ਇਹ ਬਹੁਤ ਹੱਦ ਤੱਕ ਖਤਮ ਹੋ ਕੰਪਲੀਟ ਖਤਮ ਨਹੀਂ ਗਈਆਂ। ਮੈਂ ਘੱਟੋ ਘੱਟ ਕਹੂੰਗਾ ਕਿ 60% ਅਸੀਂ ਇਹ ਤੋਂ ਦੂਰ ਜਾ ਰਹੇ ਹਾਂ। ਮੈਂ ਦੇਖਦਾ ਕਿ ਸਿੰਪਲ ਤਰੀਕੇ ਦੇ ਨਾਲ ਅਰਦਾਸ ਕੀਤੀ ਜਾਂਦੀ ਆ। ਉਸ ਤੋਂ ਬਾਅਦ ਲੋਕੀ ਹੁਣ ਜਿਹੜੀਆਂ ਐਸ਼ੇਸ ਆ ਉਹਨਾਂ ਨੂੰ ਹੁਣ ਉਹ ਗੰਗਾ 'ਚ ਬਹਾਉਣ ਨਹੀਂ ਜਾਂਦੇ। ਉਹ ਜਿੱਥੇ ਕੋਈ ਪਾਣੀ ਦਾ ਫਲੋ ਮਿਲਦਾ ਉਹ ਪਰਿਵਾਰ ਇਕੱਠਾ ਹੋ ਕੇ ਉਹ ਇੱਜ਼ਤ ਲਾਸਟ ਜਿਹੜੀ ਉਹਦੇ ਰਾਈਟਸ ਆ ਉਹ ਕਰਦੇ ਨੇ। ਬਹੁਤ ਅੱਛੀ ਗੱਲ ਹੈ। ਉਹ ਅੱਗੇ ਤਾਂ ਡਾਕਟਰ ਸਾਹਿਬ ਹੁੰਦਾ ਸੀਗਾ ਉਹ ਕੁੱਜੇ 'ਚ ਪਾ ਕੇ ਫਿਊਨਰਲ ਆ ਜਾਂਦੇ ਕੁੱਜੇ 'ਚ ਪਾ ਕੇ ਤੁਹਾਨੂੰ ਘਰ ਛੱਡ ਜਾਣਾ, ਫਿਰ ਉਹਦਾ ਟਾਈਮ ਕੱਢਣਾ, ਫਿਰ ਇੰਡੀਆ ਜਾਣਾ, ਫਿਰ ਪਿੰਡ ਜਾ ਕੇ ਉੱਥੇ ਗੰਗਾ ਜਾਣਾ। ਉੱਥੇ ਜਿਹੜਾ ਪ੍ਰੀਸਟ ਬੈਠਾ ਉਹ ਕਹਿੰਦਾ ਕਿ ਮਤਲਬ ਉਹ ਕਹਿੰਦਾ ਠੀਕ ਹੈ ਸਾਡੇ ਕੋਲ ਦੀ ਲਿਸਟ ਹੈਗੀ ਆ, ਪਰ ਆਹ ਜਿਹੜੇ ਲੋਕ ਆ ਇਹਨਾਂ ਦੀ ਲਿਸਟ ਹੀ ਸਾਕੂ ਆਈ, ਇਹ ਕਿੱਥੇ ਚਲੇ ਗਏ? ਉਹਨਾਂ ਕੋਲ ਸਭ ਡਾਕਟਰ ਦੀ ਜੰਤਰੀਆਂ ਰੱਖੀ ਹੋਈਆਂ, ਉਹ ਵੇਟ ਕਰ ਰਹੇ ਨੇ ਵੀ ਕਦ ਤੁਸੀਂ ਆਓਗੇ ਤੇ ਕਦ ਉਹ ਆਪਣੀ ਪੌਕਟਾਂ ਭਰਨਗੇ। ਜ਼ਰੂਰ ਹੈ ਕਿ ਡਾਕਟਰ ਸਾਹਿਬ ਜਿੰਨਾ ਜ਼ਿਆਦਾ ਇਨਸਾਨ ਜਾਗਰਤ ਹੋ ਗਿਆ, ਦੇਖੋ ਚੌਹਾਨ ਸਾਹਿਬ ਆ, ਹੋਰ ਸਾਰੇ ਆ, ਇਹ ਅਸੀਂ ਵੀ ਉਸੇ ਸਮਾਜ 'ਚੋਂ ਆਏ ਹਾਂ, ਤੁਸੀਂ ਵੀ ਉਸੇ ਸਮਾਜ 'ਚੋਂ ਆਏ ਹਾਂ। ਅਸੀਂ ਉਹਦੇ ਇਸ ਰਿਚੁਅਲ ਦੇ ਖਿਲਾਫ ਸਖਤ ਤਰੀਕੇ ਨਾਲ ਬੋਲ ਰਹੇ ਹਾਂ। ਸਾਨੂੰ ਬੜੀ ਤਕਲੀਫ ਹੋ ਰਹੀ ਹੈ ਜੋ ਕੁਝ ਹੋ ਰਿਹਾ। ਇਸੇ ਤਰ੍ਹਾਂ ਕਿਉਂਕਿ ਸਾਨੂੰ ਐਜੂਕੇਸ਼ਨ ਦੱਸ ਰਹੀ ਹੈ ਕਿ ਲੈ ਵੀ ਇਹ ਗਲਤ ਹੈ, ਇਸ ਰਿਚੁਅਲ ਤੋਂ, ਇਸ ਅਗਿਆਨਤਾ ਤੋਂ ਅਸੀਂ ਬਾਹਰ ਨਿਕਲਣਾ ਇਹ ਇੱਕ ਬਹੁਤ ਵੱਡਾ ਇਨਸਾਨ ਮਤਲਬ ਇਹਨਾਂ ਦੀ ਜੋਕ ਤੋਂ, ਇਹਨਾਂ ਦੇ ਪਜਾਲੀ ਤੋਂ ਬਾਹਰ ਆ ਜਾਏਗਾ, ਇਹ ਚੀਜ਼ਾਂ ਖਤਮ ਹੋ ਜਾਣੀਆਂ। ਪਰ ਬਹੁਤ ਟਾਈਮ ਲੱਗੂਗਾ ਕਿਉਂਕਿ ਜਿਨ੍ਹਾਂ ਨੇ ਸੇਧ ਦੇਣੀ ਆ ਡਾਕਟਰ ਸਾਹਿਬ ਉਹ ਗਲਤ ਹੋ ਚੁੱਕੇ ਆ। ਥੈਂਕ ਯੂ ਮੇਰੇ ਵੀਰ। ਇਹ ਤਾਂ ਸੀ ਜੀ ਹਰਭਜਨ ਸੁਮਨ ਹੋਣੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਨੂੰ ਸਾਂਝੇ ਕੀਤੇ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਕਿਉਂਕਿ ਜਿਹੜੇ ਵਿਚਾਰ ਹੈਗੇ ਹਰ ਕਿਸੇ ਆਪਣੇ ਕੋਲਜ ਦੇ ਆਪਣੇ ਵਿਚਾਰ ਹੈ, ਜ਼ਰੂਰੀ ਨਹੀਂ ਵਿਕਾਂਸ਼ੀ ਟੈਲੀਵਿਜ਼ਨ 'ਤੇ ਜਾਣੀ ਕਿ ਜਾਂ ਮੈਂ ਉਹਨਾਂ ਨਾਲ ਸਹਿਮਤ ਹੋਵਾਂ। ਇਹ ਪਲੇਟਫਾਰਮ ਹੁੰਦਾ ਹੈਗਾ ਜਿਹੜੇ ਇੱਦਾਂ ਦੇ ਬੜੇ ਕੰਟਰੋਵਰਸ਼ੀਅਲ ਇਸ਼ੂਜ਼ ਹੈਗੇ ਉਹਨਾਂ ਬਾਰੇ ਗੱਲ ਕਰਨ ਪੈਂਦੀ। ਹੈਲੋ ਜੀ, ਕੌਣ ਤੋਂ ਜੀ, ਕਿੱਥੋਂ ਬੋਲ ਰਹੇ ਜੀ? ਡਾਕਟਰ ਸਾਹਿਬ ਮੇਰਾ ਨਾਮ ਪੁਰਸ਼ੋਤਮ ਹੈ। ਪੁਰਸ਼ੋਤਮ ਭਾਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ? ਡਾਕਟਰ ਸਾਹਿਬ ਜੀ ਇਹ ਤੁਹਾਡਾ ਟੌਪਿਕ ਤਾਂ ਬਹੁਤ ਸੋਹਣਾ ਹੈ, ਸੂਝਵਾਨ ਆ। ਔਰ ਮੈਂ ਦੇਖਿਆ ਕਿ ਇੱਕ ਕਰਮ ਕਾਂਡ ਹੈ ਨਾ ਜਿਹੜੇ ਇਹਨਾਂ ਨੂੰ ਕਹਿ ਲਓ ਕਿ ਸਾਰੀ ਜਿਹੜੀ ਲੋਕ ਹੈਗੇ ਆ ਉਹਨਾਂ ਨੂੰ ਦੱਸਣਾ ਪੈਣਾ ਕਿ ਇਹ ਸਾਰੇ ਕਰਮ ਕਾਂਡ ਆ। ਪਰ ਜਦੋਂ ਏਦਾਂ ਕੋਈ ਹੋ ਜਾਂਦੀ ਚੀਜ਼ ਤੇ ਜਿਹੜੀ ਬਰੀਵਡ ਫੈਮਿਲੀ ਆ ਉਹਨਾਂ ਦਾ ਆਪਣਾ ਦਿਮਾਗ ਤਾਂ ਕੰਮ ਨਹੀਂ ਕਰਦਾ। ਬਾਕੀ ਜਿਹੜੇ ਸਿਆਣੇ ਹੈਗੇ ਆ ਜਿੱਦਾਂ ਉਹ ਗਾਈਡ ਕਰਦੇ ਤੇ ਉਦਾਂ ਕਰਦੇ ਆ ਹਨਾ। ਹਾਲਾਂਕਿ ਉਹਨਾਂ ਨੂੰ ਪਤਾ ਵੀ ਨਹੀਂ ਆ ਕਿ ਇਹਨਾਂ ਦਾ ਮਤਲਬ ਕੀ ਆ। ਸਿਰਫ ਇੰਨਾ ਹੀ ਪਤਾ ਹੈ ਕਿ ਜਿੱਥੇ ਜਿੱਥੇ ਪੈਸੇ ਦੇਣੇ ਆ ਉਹ ਪੈਸੇ ਦੇ ਦੇਣੇ ਆ, ਇੰਨਾ ਹੀ ਆ। ਨਾ ਹੀ ਉਹਨਾਂ ਨੇ ਇਹਨਾਂ ਬਾਰੇ ਕੁਝ ਪਤਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਇੱਕ ਚੀਜ਼ ਚੰਗੀ ਆ ਕਿ ਜਿਹੜੀ ਨਵੀਂ ਜਨਰੇਸ਼ਨ ਹੈ ਨਾ, ਅਸੀਂ ਨਾ ਤਾਂ ਉਹਨਾਂ ਨੂੰ ਦੱਸਦੇ ਆ ਤੇ ਨਾ ਹੀ ਉਹਨਾਂ ਨੂੰ ਪਤਾ ਲੱਗਣਾ ਆ। ਉਹ ਰਾਈਟ ਜਗ੍ਹਾ ਤੇ ਜਾਣਗੇ, ਉਹਨਾਂ ਨੂੰ ਇਹ ਖਰਚੇ ਕਰਨ ਦੀ ਜ਼ਰੂਰਤ ਨਹੀਂ ਹੈਗੀ। ਇਹ ਸਾਰਾ ਤਾਂ ਬਿਜ਼ਨਸ ਆ। ਇਹ ਅਸੀਂ ਉੱਥੇ ਵੀ ਦੇਖਦੇ ਆ, ਇੱਥੇ ਵੀ ਦੇਖਦੇ ਆ ਜਿਹੜੇ ਡਾਇਰੈਕਟਰਸ ਆ ਕਿੰਨਾ ਖਰਚਾ ਕਰਦੇ ਆ। ਕਿਉਂਕਿ ਸਾਰਾ ਕੰਮ ਤਾਂ ਸਿਰਫ ਜੇ ਅਸੀਂ ਬੋਡੀ ਨੂੰ ਅਗਨ ਭੇਟ ਕਰਨਾ ਹੈ ਉਹ ਹੀ ਆ, ਤੇ ਜਿਹੜਾ ਬਾਕੀ ਜੇ ਕਿਸੇ ਨੇ ਦਫਨਾਉਣਾ ਹੈ ਉਹ ਉਹਨਾਂ ਕੀ ਆ। ਬਾਕੀ ਉਹਦੇ ਨਾਲ ਜਿੰਨੀ ਵੀ ਲੜੀ ਲੱਗੀ ਹੋਈ ਆ, ਪੈਸੇ ਜਿਹੜੇ ਬਿਜ਼ਨਸ ਪੀਪਲ ਹੈ ਨਾ ਉਹ ਪੈਸੇ ਕਮਾਉਣ ਦੀਆਂ ਹੀ ਗੱਲਾਂ ਕਰਦੇ। ਇੱਦਾਂ ਹੈ। ਪਰ ਮੈਂ ਨਾ ਤੁਹਾਡੇ ਨਾਲ ਇੱਕਦਮ ਸਹਿਮਤ ਹੈਗਾ ਆ ਕਿ ਜਿਹੜੀ ਫੈਮਿਲੀ ਆ ਉਹਨਾਂ ਨੇ ਇਹ ਕਰਨਾ ਕਿ ਜਿਹੜਾ ਸੈਂਡ ਆਫ ਆ ਨਾ ਉਹ ਸੋਹਣਾ ਹੋਵੇ, ਤੇ ਇਸ ਕਰਕੇ ਉਹ ਇੱਥੇ ਦੇ ਖਰਚੇ ਕਰਦੇ ਆ, ਉੱਥੇ ਇੰਡੀਆ ਦੇ ਵਿੱਚ ਉਹ ਕਰਮ ਕਾਂਡਾਂ ਦੇ ਵਿੱਚ ਵੱਧ ਜਾਂਦੇ ਆ। ਉਹ ਵੀ ਉਹੀ ਕਿ ਬਈ ਗੁੱਡ ਸੈਂਡ ਆਫ ਦੇਣਾ ਹੈ। ਪਰ ਇਹਦੇ ਮੈਨੂੰ ਲੱਗਦਾ ਕਿ ਇਹਨਾਂ ਨੂੰ ਸਾਰਿਆਂ ਨੂੰ ਜਾਗਰੂਕਤੀ ਚਾਹੀਦੀ ਆ ਕਿ ਬਈ ਇਹ ਕਰਨ ਦੇ ਨਾਲੋਂ ਤੁਸੀਂ ਉਹ ਸੈਲੀਬ੍ਰੇਟ ਕਰੋ, ਜਾਂ ਉਹਨਾਂ ਦੇ ਨਾਮ ਤੇ ਜੇ ਅਗਰ ਤੁਸੀਂ ਦਾਨ ਕਰਨਾ ਆ, ਜਿਹੜੇ ਨੀਡੀ ਹੈਗੇ ਆ, ਜਿਨ੍ਹਾਂ ਨੂੰ ਕਹਿ ਲਓ ਕਿ ਲੈਸ ਫੋਰਚੂਨੇਟ ਹੈਗੇ ਆ, ਉਹਨਾਂ ਦੇ ਨਾਮ ਉਹਨਾਂ ਦੇ ਦਾਨ ਕਰ ਦਿਓ ਤਾਂ ਕਿ ਆਪਣੇ ਜਿਹੜੇ ਵੀ ਗਏ ਹੋਏ ਆ ਸੱਜਣ ਉਹਨਾਂ ਦੀ ਯਾਦ ਰਹਿ ਜਾਏ। ਬਿਲਕੁਲ ਮੈਨੂੰ ਲੱਗਦਾ ਕਿ ਵੀ ਅਸੀਂ ਹੁਣ ਉਹ ਗੱਲਾਂ ਨਾ ਕਰੀਏ ਕਿ ਕੀ ਕਰਦੇ ਆ, ਅਸੀਂ ਇਹ ਕਰੀਏ ਕਿ ਕਿੱਦਾਂ ਮੋੜ ਲਿਆਇਆ ਜਾ ਸਕਦਾ ਹੈ।
ਬਸ ਆਹੀ ਚੀਜ਼ ਮੈਂ ਕਹਿਣਾ ਚਾਹੁੰਦਾ ਡਾਕਟਰ ਸਾਹਿਬ, ਕਿਸੇ ਹੋਰ ਨੂੰ ਵੀ ਦਈਏ ਟਾਈਮ। ਤੇ ਆ ਤੁਸੀਂ ਬਹੁਤ ਸੋਹਣਾ ਕੰਮ ਕਰਦੇ ਆ ਔਰ ਕਰਦੇ ਰਹੋ, ਤੁਹਾਨੂੰ ਸਿਹਤਦਾਨ ਪਰਮਾਤਮਾ ਬਖਸ਼ੇ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਜੀ। ਇਹ ਤਾਂ ਸੀ ਜੀ ਮੇਰੇ ਵੀਰ ਪੁਰਸ਼ੋਤਮ ਭੰਮਰ ਹੋਣੀ, ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਅਲਟਰਨੇਟਿਵ ਸਾਡੇ ਕੋਲ ਬਹੁਤ ਹੈਗੇ ਆ। ਅਸੀਂ ਕੋਈ ਦਰਖਤ ਲਾ ਸਕਦੇ ਹੈਗੇ, ਕੋਈ ਬੈਂਚ ਯਾਨੀ ਕਿਹੜਾ ਹੈਗਾ ਉਹ ਬਣਾਇਆ ਜਾ ਸਕਦਾ, ਜਾਂ ਇਹਨ ਕਿਹੜਾ ਹੈ ਕਿਸੇ ਗਰੀਬ ਨੂੰ ਪੜ੍ਹਾਇਆ ਜਾ ਸਕਦਾ, ਕੋਈ ਇਹੋ ਜਿਹਾ ਅਸੀਂ ਕੋਈ ਆਰਗੇਨਾਈਜੇਸ਼ਨ ਬਣਾ ਸਕਦੇ ਜਿੱਥੇ ਕਿ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਪੈਸੇ ਜਿਹੜੇ ਹੈਗੇ ਦੇ ਸਕਦੇ ਹੈਗੇ ਆ, ਕਿਸੇ ਗਰੀਬ ਦੀ ਕੋਈ ਮਦਦ ਕੀਤੀ ਜਾ ਸਕਦੀ, ਕਿਸੇ ਦਾ ਬਿਜ਼ਨਸ ਯਾਨੀ ਕਿਹੜਾ ਹੈਗਾ ਸੈਟਅਪ ਕੀਤਾ ਜਾ ਸਕਦਾ। ਸੋ ਦੇਰ ਆਰ ਲੋਡਸ ਆਫ ਥਿੰਗਸ ਵਿਚ ਵੀ ਕੈਨ ਡੂ, ਜਿਹੜੀਆਂ ਅਸੀਂ ਇਹਨਾਂ ਮੁਲਕਾਂ ਤੋਂ ਵੀ ਇਹਨਾਂ ਤੋਂ ਵੀ ਅਸੀਂ ਲਰਨ ਕਰ ਸਕਦੇ ਹੈਗੇ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਸਾਡੇ ਤੋਂ 5 ਮਿੰਟ ਹੈ, 6 ਮਿੰਟ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਮੈਂ ਕੈਨੇਡਾ ਤੋਂ ਸ਼ਾਂਤੀ ਬੋਲਦੀ ਹਾਂ ਜੀ। ਹਾਂਜੀ ਸ਼ਾਂਤੀ ਜੀ, ਕੀ ਕਹਿਣਾ ਚਾਹੁੰਦੇ ਤੁਸੀਂ ਇਸ ਮਸਲੇ ਬਾਰੇ? ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਆਪਣੇ ਲੋਕ ਜਿਉਂਦੇ ਦੀ ਤਾਂ ਬਾਤ ਨਹੀਂ ਪੁੱਛਦੇ, ਨਾ ਮਾਂ ਪਿਓ ਦੀ, ਤਾਂ ਨਾ ਭੈਣ ਭਾਈ ਬੋਲਦੇ ਆ, ਨਾ ਸੱਸ ਸਹੁਰੇ ਦਾ ਪਰਿਵਾਰ, ਸੱਸਾਂ ਨਨਾਨਾ ਜਾਂ ਆਪਸ ਵਿੱਚ ਦਰਾਣੀ ਜਠਾਣੀ ਤਾਂ ਪਹਿਲਾਂ ਪਿਆਰ ਨਾਲ ਰਹਿੰਦੇ ਨਹੀਂ, ਜਦੋਂ ਮਰ ਜਾਂਦੇ ਆ ਫਿਰ ਸੋਗ ਵੀ ਮਨਾਉਂਦੇ ਆ ਤੇ ਰੋਂਦੇ ਪਿੱਟਦੇ ਵੀ ਆ। ਮੈਂ ਇਸ ਗੱਲ ਦੇ ਬਿਲਕੁਲ ਵਿਰੁੱਧ ਆ। ਸੋਲ ਹੈ ਹੀ ਨਹੀਂ ਲੋਕਾਂ ਦੀ, ਆਤਮਾ ਕਿੱਥੇ ਆ? ਤੁਰੇ ਫਿਰਦੇ ਲੋਕ, ਆਤਮਾ ਤਾਂ ਮਰੀਆਂ ਹੋਈਆਂ ਲੋਕਾਂ ਦੀਆਂ। ਇੰਨਾ ਪਾਪ ਵਧਿਆ ਹੋਇਆ ਆ। ਕੱਲ ਮੈਂ ਟਿਕਟੌਕ ਤੇ ਦੇਖ ਰਹੀ ਸੀ 4 ਪਸ਼ੂ ਇੰਡੀਆ ਦੇ ਵਿੱਚ ਕਿਸੇ ਨੇ ਜ਼ਹਿਰ ਦੇ ਕੇ ਮਾਰੇ ਹੋਏ। ਮੇਰਾ ਦਿਲ ਇੰਨਾ ਖਰਾਬ ਹੋਇਆ ਦੇਖ ਕੇ। ਇਨੋਸੈਂਟ ਜਿਹਨਾਂ ਬੇਜਵਾਨਿਆਂ ਨੂੰ, ਉਹਨਾਂ ਦੀ ਆਤਮਾ ਕਿੱਥੇ ਆ? ਲੋਕਾਂ ਦੀ ਆਤਮਾ ਹੈ ਨਹੀਂ ਆ। ਇਹ ਐਵੇਂ ਪਖੰਡ ਆ ਵੀ ਇੰਡੀਆ ਚਲ ਜਾਓ, ਗੰਗਾ ਵਿੱਚ ਸਿੱਟੋ, ਉੱਥੇ ਸਿੱਟੋ, ਜਾਂ ਕੈਨੇਡਾ ਦੇ ਵਿੱਚ ਵੀ ਇੱਥੇ ਖਾਸ ਜਗ੍ਹਾ ਬਣਾਈ ਹੋਈ ਆ ਵੀ ਇੱਥੇ ਐਸ਼ਸ ਸਿੱਟ ਦਿਓ। ਮੈਂ ਪਹਿਲੀ ਗੱਲ ਆ ICBC ਨੂੰ, ਸਾਡੀ ਜਿਹੜੀ ਇੰਸ਼ੋਰੈਂਸ ਕੰਪਨੀ ਆ, ਉਹ ਇੱਕ ਫਾਰਮ ਭਰਾਉਂਦੀ ਆ ਵੀ ਤੁਹਾਡੀ ਡੈਥ ਤੋਂ ਬਾਅਦ ਤੁਹਾਡੇ ਔਰਗਨ ਤੁਸੀਂ ਡੋਨੇਟ ਕਰਨੇ ਆ ਜਾਂ ਨਹੀਂ। ਮੈਂ ਲਿਖਤਾ ਮੇਰੇ ਜਿਹੜੇ ਵੀ ਸਰੀਰ ਦੇ ਮਾੜੇ ਮੋਟੇ ਅੰਗ ਹੋਣਗੇ, ਜੇ ਤੁਹਾਡੇ ਕਿਸੇ ਕੰਮ ਆ ਸਕਦੇ ਆ ਤਾਂ ਤੁਸੀਂ ਯੂਜ਼ ਕਰ ਲਿਓ। ਆਫਟਰ ਦੈਟ ਜਿਹੜੀਆਂ ਮੇਰੀਆਂ ਐਸ਼ਸ ਹੋਣਗੀਆਂ, ਕਿਸੇ ਪਾਣੀ ਪੂਣੀ ਚ ਨਾ ਸਿੱਟਿਓ। ਪਾਣੀ ਨੂੰ ਗੰਦਾ ਕਰਨਾ, ਉਹਦਾ ਕਹਿੰਦੇ ਪਾਣੀ ਨੂੰ ਬਚਾਓ, ਪਾਣੀ ਤਾਂ ਮੁੱਕ ਰਿਹਾ ਆ, ਉਹਨੂੰ ਹੋਰ ਗੰਦਾ ਕਰ ਦਿਓ। ਮੈਂ ਕਿਹਾ ਮੈਂ ਆਪਣੇ ਬੱਚਿਆਂ ਨੂੰ ਕਿਹਾ ਮੇਰੀਆਂ ਐਸ਼ਸ ਜਿਹੜੀਆਂ ਆ ਉਹ ਕਿਤੇ ਨਾ ਸਿੱਟਿਓ, ਗਾਰਬੇਜ ਦੇ ਵਿੱਚ ਸਿੱਟ ਦਿਓ। ਕਮ ਸੇ ਕਮ ਉਹ ਚਲ ਜਾਣਗੀਆਂ ਕੂੜੇ ਦੇ ਵਿੱਚ ਤਾਂ ਉੱਥੇ ਮੱਚ ਮੁੱਚ ਜਾਣਗੀਆਂ, ਜਲ ਲਾ ਦੇਣਗੇ ਉਹਨਾਂ ਨੂੰ। ਸੋ ਮੈਂ ਇਹ ਪਖੰਡ ਸਮਝਦੀ ਸਾਰਾ ਕੁਛ। ਜਿਹੜੇ ਲੋਕ ਆ, ਠੀਕ ਆ, ਤੁਸੀਂ ਅਰਦਾਸ ਕਰ ਦਿਓ, ਅੰਤਮ ਅਰਦਾਸ, ਦੈਟਸ ਇਟ। ਜਿਹੜੇ ਹੋਰ ਪਖੰਡ ਉਹ ਤਾਂ ਮੈਂ ਬਿਲਕੁਲ ਫਜ਼ੂਲ ਸਮਝਦੀ ਆ। ਇਹ ਮੇਰੀਆਂ ਥਿੰਕਿੰਗ ਆ, ਮੈਨੂੰ ਨਹੀਂ ਪਤਾ ਵੀ ਹੋਰ ਲੋਕਾਂ ਦੀਆਂ ਕੀ ਥਿੰਕਿੰਗ ਆ, ਬਟ ਥੀਸ ਆਰ ਮਾਈ ਥਿੰਕਿੰਗ। ਠੀਕ ਹੈ। ਹਾਂਜੀ, ਦੇਖਿਆ ਮੈਂ ਹਾਂਜੀ ਕੋਈ ਨਹੀਂ, ਕਰੋ ਗੱਲ। ਮੈਂ ਇੱਥੇ ਕੈਨੇਡਾ 'ਚ ਵੀ ਦੇਖਿਆ ਆ, ਸਾਰਿਆਂ ਦੇ ਸਾਰੇ ਪਰਿਵਾਰ ਅਸੀਂ ਚੱਲੇ ਆ ਇੰਡੀਆ ਉਹਦੀਆਂ ਐਸ਼ਸ ਲੈ ਕੇ, ਸਾਰੇ ਹੀ ਜਾਣੇ A ਤੋਂ ਲੈ ਕੇ Z ਤੱਕ। ਜਦੋਂ ਕਿ ਜਦੋਂ ਉਹ ਜਿਉਂਦਾ ਸੀ ਉਹਨੂੰ ਕਿਸੇ ਨੇ ਪੁੱਛਿਆ ਨਹੀਂ, ਮਰੇ ਤੇ ਅਸੀਂ ਸਾਰੇ ਜਾਵਾਂਗੇ ਕਹਿੰਦੇ, ਫਿਰ ਬਿਸਤਰੇ ਦਿੰਦੇ ਆ। ਪਰ ਹੁਣ ਸਾਡੇ ਸਰੀ ਤੇ ਗੁਰਦੁਆਰਿਆਂ ਨੇ ਇਹ ਬੈੱਡਵੁੱਡ ਲੈਣੇ ਬੰਦ ਕਰਤੇ ਆ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਥੈਂਕ ਯੂ ਸ਼ਾਂਤੀ ਜੀ, ਬਹੁਤ ਬਹੁਤ ਮਿਹਰਬਾਨੀ। ਹਾਂਜੀ, ਸਾਨੂੰ ਥਿੰਕ ਅਬਾਊਟ ਕਰਨਾ ਚਾਹੀਦਾ ਡੀਪਲੀ। ਇਹਦਾ ਮਤਲਬ ਕੀ ਆ? ਆਤਮਾ ਹੈਗੀ ਆ ਜਿਹਨੂੰ ਤੁਸੀਂ ਮਚਾਉਣ ਜਾਣਾ ਆ। ਲੋਕ ਬਹੁਤ ਸਾਰੇ ਲੋਕ ਆ ਜਿਨ੍ਹਾਂ ਦੀ ਆਤਮਾ ਨਹੀਂ ਹੈਗੀਆਂ, ਸਿਰਫ ਸਰੀਰ ਲਈ ਫਿਰਦੇ ਆ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ, ਓਕੇ, ਇਹ ਤਾਂ ਸੀ ਜੀ ਸ਼ਾਂਤੀ ਥਮਨ ਹੋਣੀ, ਜਿਨ੍ਹਾਂ ਨੇ ਕੈਨੇਡਾ ਤੋਂ ਫੋਨ ਸੀ ਕੀਤਾ। ਮੇਰੇ ਕੋਲ ਜਿਹੜੇ 2 ਮਿੰਟ ਹੈ, ਮੈਂ ਸਾਰੇ ਕੋਲਰਸ ਦਾ ਬਹੁਤ ਬਹੁਤ ਧੰਨਵਾਦੀ ਹਾਂ। ਅਤੇ ਮੈਂ ਇਹ ਵੀ ਤੁਹਾਡੇ ਤੋਂ ਆਸ ਕਰਦਾ ਕਿ ਤੁਸੀਂ ਸਾਨੂੰ ਫੀਡਬੈਕ ਜ਼ਰੂਰ ਦਿਓਗੇ, ਤੁਹਾਨੂੰ ਪ੍ਰੋਗਰਾਮ ਕਿੱਦਾਂ ਲੱਗਾ ਹੈਗਾ, ਇਹਨੂੰ ਹੋਰ ਆਪਾਂ ਕਿਸ ਤਰ੍ਹਾਂ ਇੰਪਰੂਵ ਕਰ ਸਕਦੇ ਹੈਗੇ। 2 ਮਿੰਟ ਵਿੱਚ ਅਜੇ ਵੀ ਹੈ, ਮੈਂ ਟੈਲੀਫੋਨ ਕਾਲਸ ਜਿਹੜੀ ਕਰਨੀ ਹੈ ਤਾਂ ਮੈਂ ਤੁਹਾਡੀ ਟੈਲੀਫੋਨ ਕਾਲ ਲੈ ਸਕਦਾ ਹੈਗਾ, ਕਿਉਂਕਿ ਮਸਲਾ ਇਹੋ ਜਿਹਾ ਹੈਗਾ ਜਦੋਂ ਕਿ ਅਸੀਂ ਬਿਨਾਂ ਸੋਚੇ ਸਮਝੇ ਜਿਹੜੇ ਰਿਚੁਅਲਸ ਹੈਗੇ ਆ, ਜੋ ਸਾਨੂੰ ਯਾਨੀ ਕਿ ਸਾਡੇ ਰਿਸ਼ਤੇਦਾਰ ਕਹਿੰਦੇ ਹੈ, ਯਾਨੀ ਕਿ ਜਾਂ ਕਿਹੜਾ ਹੈਗਾ ਸਾਡਾ ਜਿਸ ਧਰਮ ਨੂੰ ਤੁਸੀਂ ਬਿਲੋਂਗ ਕਰਦੇ ਆ, ਜਿਹੜਾ ਪ੍ਰੀਸਟ ਤੁਹਾਡਾ ਕਹਿੰਦਾ ਹੈਗਾ ਉਹਨੂੰ ਮੰਨਿਆ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਡਾਕਟਰ ਸਾਹਿਬ, ਜੈ ਭੀਮ ਜੈ ਭਾਰਤ। ਜੈ ਭੀਮ ਜੈ ਭਾਰਤ। ਹਾਂਜੀ ਮਾਨ ਸਾਹਿਬ, ਆਪਣੇ ਤੋਂ 2 ਮਿੰਟ ਹੈ। ਪਹਿਲੇ ਤਾਂ ਤੁਹਾਡਾ ਸਬਜੈਕਟ ਬਹੁਤ ਅੱਛਾ ਜੀ, ਥੈਂਕ ਯੂ। ਪਹਿਲੇ ਤਾਂ ਜਦੋਂ ਇਹ ਜਿਹੜੇ ਪਖੰਡ ਪਾਦੇ ਆ ਨਾ, ਇਹ ਸਾਡੇ ਲੋਕਾਂ ਦੇ ਵਿੱਚ ਬਹੁਤ ਪ੍ਰਚਲਿਤ ਹੈ, ਇਹਨਾਂ ਨੂੰ ਬਾਈਕਾਟ ਕਰਨਾ ਚਾਹੀਦਾ। ਥੈਂਕ ਯੂ ਜੀ, ਥੈਂਕ ਯੂ। ਜਿਹੜਾ ਪਖੰਡ ਪਾਦੇ ਆ, ਜਦੋਂ ਬੱਚਾ ਜਨਮਦਾ ਹੀ ਆ ਉਹਦੇ ਤੇ ਇਹ ਜੇ ਅਗਰ ਪੰਡਤ ਨੂੰ ਬੁਲਾਓ ਤਾਂ
ਉਹ ਕਹਿੰਦਾ ਜਿਹਦੇ ਆ ਗ੍ਰਹਿ ਆ ਇਹਦੇ ਤੇ ਆ ਦੋਸ਼ ਆ ਹਾਲੇ ਤਾਂ ਵਿਚਾਰੇ ਨੇ ਸਾਹ ਹੀ ਲੈਣਾ ਬੰਦ ਬਾਹਰ ਕਿਤੇ ਤੇ ਉਹਦੇ ਤੋਂ ਦੋਸ਼ ਕਿੱਥੋਂ, ਉਹਨੇ ਕਿਸੇ ਦਾ ਕੁਝ ਵਿਗਾੜਿਆ ਹੀ ਨਹੀਂ। ਦੂਸਰੀ ਗੱਲ ਹੈ ਕਿ ਟਾਈਮ ਆਪਣੇ ਕੋਲ ਥੋੜਾ, ਜਦੋਂ ਮਰ ਜਾਂਦਾ ਇਨਸਾਨ ਨਾ ਤਾਂ ਇਹਦੀ ਆਤਮਾ ਹੈ, ਆਤਮਾ ਤਾਂ ਹੈ ਹੀ ਨਹੀਂ ਕਿਤੇ ਵੀ, ਆਤਮਾ ਇਹਦੀ ਉਹ ਜਿਹੜੇ ਚੰਗੇ ਕੰਮ ਕਰ ਜਾਂਦਾ ਦੁਨੀਆ ਦੇ ਵਿੱਚ ਉਹੀ ਇਹਦੇ ਪਿੱਛੇ ਰਹਿ ਜਾਂਦੇ ਆ, ਉਹੀ ਇਹਦੀ ਪੂੰਜੀ ਆ, ਨਾ ਉੱਪਰ ਲੈ ਕੇ ਕੁਛ ਜਾਂਦਾ ਨਾ ਕਿਸੇ ਅਰਦਾਸ ਨਾਲ ਕੋਈ ਚੀਜ਼ ਬਣਦੀ ਹੈਗੀ। ਅਰਦਾਸ ਕੀਤਿਆਂ ਅਗਰ ਇਨਸਾਨ ਉਹਨੂੰ ਸ਼ਾਂਤੀ ਮਿਲ ਜਾਏ ਤਾਂ ਜੀਂਦੇ ਦੇ ਲਈ ਉਹਦੀ ਨੂੰ ਸ਼ਾਂਤੀ ਦਿਓ ਤੁਸੀਂ। ਤੇ ਇਹ ਜਿਹੜੀ ਪਖੰਡ ਫਾਦ ਹੈ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਹੈਗਾ ਨਾ। ਕੋਈ ਪਾਠ ਪੂਜਾ ਦੇ ਨਾਲ ਕਿਸੇ ਇਨਸਾਨ ਦਾ ਗਤੀ ਨਹੀਂ ਹੁੰਦੀ, ਗਤੀ ਉਹ ਹੁੰਦੀ ਹੈ ਤੁਹਾਡੀ ਜੀਂਦੇ ਦੀ, ਤੁਸੀਂ ਉਹਦੇ ਦੁੱਖ ਸੁੱਖ ਦੇ ਵਿੱਚ ਸਾਂਝੀ ਹੋਵੋ, ਉਹ ਉਹਦੀ ਗਤੀ ਆ, ਉਹੀ ਉਹਦੇ ਲਈ ਫਾਇਦਾ ਆ। ਓਕੇ ਮਾਨ ਸਾਹਿਬ, ਥੈਂਕ ਯੂ। ਜੈ ਭੀਮ ਜੈ ਭਾਰਤ। ਜੈ ਭੀਮ ਜੈ ਭਾਰਤ। ਤੁਸੀਂ ਜੀ ਪ੍ਰੇਮ ਮਾਨ ਹੁਣੀ ਲੰਡਨ ਤੋਂ ਜਿਹਨੂੰ ਫੋਨ ਕੀਤਾ, ਟੈਲੀਫੋਨ ਕਾਲ ਦੇ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅਗਲੇ ਹਫ਼ਤੇ ਤੁਹਾਡੇ ਲਈ ਹੋਰ ਕੋਈ ਜਿਹੜਾ ਸਬਜੈਕਟ ਲੈ ਕੇ ਮੈਂ ਤੁਹਾਡੇ ਹਾਜ਼ਰ ਹੋਊਂਗਾ। ਇਹੋ ਜਿਹੇ ਜਿਹੜੇ ਸਬਜੈਕਟ ਹੈਗੇ ਜਿਨ੍ਹਾਂ ਬਾਰੇ ਕਦੀ ਗੱਲ ਨਹੀਂ ਹੁੰਦੀ, ਮੈਂ ਸਮਝਦਾ ਵੀ ਇਹਨਾਂ ਬਾਰੇ ਗੱਲ ਹੋਣੀ ਬਹੁਤ ਜ਼ਰੂਰੀ ਹੈ। ਹਰ ਇੱਕ ਦੇ ਵਿਚਾਰ ਆਪਣੇ ਆਪਣੇ ਹੈਗੇ ਆ, ਜ਼ਰੂਰੀ ਲਈ ਮੈਂ ਜਿਹੜੇ ਕਿ ਕੰਸ਼ ਟੈਲੀਵਿਜ਼ਨ ਉਹਨਾਂ ਨਾਲ ਸਹਿਮਤ ਹੋਵੇ। ਇਹ ਇੱਕ ਟ੍ਰਿਗਰ ਕਰਦਾ ਹੈਗਾ ਤੁਹਾਨੂੰ ਤਾਂ ਕਿ ਆਪਾਂ ਉਹਨਾਂ ਵਿਸ਼ਿਆਂ ਬਾਰੇ ਗੱਲ ਕਰੀਏ ਜਿਨ੍ਹਾਂ ਬਾਰੇ ਜਿਹੜੀਆਂ ਕਿ ਮਾਰਜਨ 'ਤੇ ਹੁੰਦੇ ਹੈਗੇ, ਉਹਨਾਂ ਬਾਰੇ ਕੋਈ ਗੱਲ ਕਰਕੇ ਰਾਜੀ ਨਹੀਂ ਹੈ। ਮੈਂ ਸਮਝਦਾ ਵੀ ਸਾਡੇ ਇਹ ਬਹੁਤ ਜ਼ਰੂਰੀ ਮਸਲੇ ਆ। ਮੈਨੂੰ ਤੁਸੀਂ ਹੁਣ ਇੱਥੇ ਇਜਾਜ਼ਤ ਦਿਓ। ਮੈਨੂੰ ਉਮੀਦ ਹੈ ਯੂ ਵਿਲ ਹੈਵ ਅ ਗੁੱਡ ਟਾਈਮ। ਮੈਂ ਤੁਹਾਨੂੰ ਨੈਕਸਟ ਵੀਕ ਜਿਹੜਾ ਹੈਗਾ ਫਿਰ ਮਿਲਦਾ।